ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 145 ਤੇ ਉਤੋਂ 5 ਪੰਕਤੀਆਂ ਛੱਡ ਕੇ 6ਵੀਂ ਪੰਕਤੀ 'ਚ ਪੌੜੀ। ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਵਾਰ ਕੂੜ ਕਮਾਈਐ, ਸੱਚੇ ਦੈ ਦਰ ਜਾਏ ਸੱਚ ਚਵਾਈਐ, ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। 145 ਅੰਗ। ਪੌੜੀ ਰਾਹੀਂ ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਸਤਿਗੁਰ ਸੇਵ ਨਿਸੰਗ, ਬਿਨਾਂ ਕਿਸੇ ਸੰਗ ਸ਼ਰਮ ਦੇ ਗੁਰੂ ਦੀ ਸੇਵਾ ਕਰਨੀ ਚਾਹੀਦੀ, ਗੁਰੂ ਦੇ ਆਖੇ ਲੱਗਣਾ ਚਾਹੀਦਾ। ਫਿਰ ਕੀ ਹੋਏਗਾ? ਭਰਮ ਚੁਕਾਈਏ। ਸਾਡੇ ਅੰਦਰ ਜੋ ਭਰਮ ਹੈ, ਸਾਡੇ ਅੰਦਰ ਜੋ ਭਟਕਣਾ ਹੈ, ਉਹ ਖਤਮ ਹੋ ਜਾਏਗੀ। ਸਤਿਗੁਰ ਰੱਖ ਆਖੈ ਕਾਰ ਸੋ ਕਾਰ ਕਮਾਈਏ। ਕਾਰ ਬਣੇ ਕੰਮ। ਗੁਰੂ ਮਹਾਰਾਜ ਜਿਹੜਾ ਕੰਮ ਕਰਨ ਨੂੰ ਕਹਿੰਦੇ ਨੇ ਸੋ ਕਾਰ ਕਮਾਈਏ, ਉਹ ਕੰਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਗੁਰੂ ਦੇ ਆਖੇ ਕੰਮ ਲੱਗ ਕੇ ਕੰਮ ਕਰਾਂਗੇ, ਫਿਰ ਅਸੀਂ ਮਨਮੁਖ ਨਹੀਂ ਰਹਾਂਗੇ, ਫਿਰ ਤਾਂ ਗੁਰਮੁਖ ਹੋ ਜਾਵਾਂਗੇ। ਅਤੇ ਗੁਰੂ ਮਹਾਰਾਜ ਨੇ ਕਦੇ ਵੀ ਸਾਨੂੰ ਗਲਤ ਕੰਮ ਕਰਨ ਲਈ ਨਹੀਂ ਕਹਿਣਾ। ਜਦੋਂ ਅਸੀਂ ਸਹੀ ਕਰਮ ਕਰਦੇ ਰਹਾਂਗੇ, ਆਪੇ ਸੁਖੀ ਹੋ ਜਾਵਾਂਗੇ। ਦੁਖੀ ਮਨੁੱਖ ਤਾਂ ਇਸ ਲਈ ਹੈ ਕਿ ਇਹਨੇ ਮਾੜੇ ਕੰਮ ਕੀਤੇ, ਮਨ ਮਰਜ਼ੀ ਕੀਤੀ, ਗੁਰੂ ਮਹਾਰਾਜ ਦੇ ਆਖੇ ਨਹੀਂ ਲੱਗੇ, ਇਸ ਲਈ ਫਿਰ ਉਹ ਮਾੜੇ ਕਰਮ ਕਰਦੇ ਅਤੇ ਅੱਗੇ ਕਿਸਮਤ ਮਾੜੀ ਹੋ ਗਈ। ਇਸ ਲਈ ਕਹਿੰਦੇ ਸਤਿਗੁਰ ਆਖੈ ਕਾਰ ਸੋ ਕਾਰ ਕਮਾਈਏ। ਜਿਹੜਾ ਕੰਮ ਗੁਰੂ ਮਹਾਰਾਜ ਕਹਿੰਦੇ ਨੇ ਕਰਨ ਨੂੰ, ਉਹ ਕੰਮ ਕਰਨਾ ਚਾਹੀਦਾ। ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ। ਜਦੋਂ ਗੁਰੂ ਮਹਾਰਾਜ ਦਿਆਲੂ ਹੋ ਜਾਣ ਤਾਂ ਹੀ ਨਾਮ ਜਪਿਆ ਜਾ ਸਕਦਾ। ਜਿਸ ਬੰਦੇ ਦਾ ਨਾਮ ਜਪਣ ਨੂੰ ਜੀਅ ਕਰਦਾ ਹੈ, ਇਹਦਾ ਮੈਂ ਗੁਰੂ ਮਹਾਰਾਜ ਉਸ 'ਤੇ ਦਿਆਲੂ ਨੇ, ਗੁਰੂ ਮਹਾਰਾਜ ਦੀ ਉਸ 'ਤੇ ਕਿਰਪਾ ਹੈ, ਤਾਂ ਉਹ ਨਾਮ ਜਪਦਾ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ। ਲਾਹਾ ਮੈਨੇ ਲਾਭ, ਸਾਰ ਮੈਨੇ ਸ੍ਰੇਸ਼ਟ ਉੱਤਮ। ਭਗਤੀ ਦਾ ਉੱਤਮ ਲਾਹਾ ਜਿਹੜਾ ਹੈ ਗੁਰਮੁਖ ਪਾਈਏ, ਉਹ ਗੁਰੂ ਰਾਹੀਂ ਹੀ ਪ੍ਰਾਪਤ ਹੁੰਦਾ ਹੈ, ਗੁਰਮੁਖ ਬਣ ਕੇ ਹੀ ਪ੍ਰਾਪਤ ਹੁੰਦਾ। ਸੋ ਭਗਤੀ ਬੰਦਾ ਉਦੋਂ ਕਰਦਾ ਜਦੋਂ ਗੁਰਮੁਖ ਹੋ ਜਾਂਦਾ, ਜਦੋਂ ਗੁਰੂ ਦੇ ਆਖੇ ਲੱਗਦਾ, ਫਿਰ ਉਹਨੂੰ ਸਭ ਤੋਂ ਵਧੀਆ ਲਾਹਾ ਪ੍ਰਾਪਤ ਹੁੰਦਾ। ਮਨਮੁਖ ਕੂੜ ਗੁਵਾਰ ਕੂੜ ਕਮਾਈਐ। ਮਨਮੁਖ ਦੇ ਅੰਦਰ ਕੂੜ ਹੁੰਦਾ, ਗੁਵਾਰ ਦਾ ਹਨੇਰਾ। ਕੂੜ ਕਾਰਨ ਅਗਿਆਨਤਾ ਦਾ ਹਨੇਰਾ ਹੈ। ਕੂੜ ਕਮਾਈਐ, ਇਸ ਲਈ ਕੂੜ ਦੀ ਕਮਾਈ ਕਰਦਾ, ਸੱਚ ਦੀ ਕਮਾਈ ਨਹੀਂ ਕਰਦੇ। ਇੱਕ ਕੂੜ ਹੈ, ਇੱਕ ਸੱਚ ਹੈ। ਸੱਚ ਦੀ ਕਮਾਈ ਦਾ ਮਤਲਬ ਨਾਮ ਜਪਣਾ, ਅਤੇ ਕੂੜ ਦੀ ਕਮਾਈ ਦਾ ਮਤਲਬ ਹੈ ਗਲਤ ਮਲਤ ਤਰੀਕੇ ਨਾਲ ਧਨ ਕਮਾਉਣਾ। ਉਹਦੇ ਅੰਦਰ ਕੂੜ ਹੁੰਦਾ ਮਨੁੱਖ ਦੇ ਅੰਦਰ, ਇਸ ਕਰਕੇ ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੁੰਦਾ। ਹਨੇਰਾ ਹੋਣ ਕਰਕੇ ਉਹਨੂੰ ਪਤਾ ਹੀ ਨਹੀਂ ਕੀ ਠੀਕ ਹੈ ਅਤੇ ਕੀ ਗਲਤ ਹੈ, ਇਸ ਲਈ ਕੂੜ ਦੀ ਕਮਾਈ ਕਰਦਾ ਹੈ। ਸੱਚੇ ਦੈ ਦਰ ਜਾਏ ਸੱਚ ਚਵਾਈਏ। ਚਵਾਈਆਂ ਦਾ ਬੋਲਣਾ, ਜਿਹੜਾ ਸੱਚ ਬੋਲਦਾ ਹੈ, ਭਾਵ ਜੋ ਨਾਮ ਜਪਦਾ ਹੈ,
ਉਹ ਪਰਮਾਤਮਾ ਦੇ ਦਰ 'ਤੇ ਚਲਾ ਜਾਂਦਾ ਹੈ। ਸੱਚੇ ਦਇਆ ਦਰ ਜਾਏ, ਦਇਆ ਮੈਨ ਦੇ ਸੱਚੇ ਪਰਮਾਤਮਾ ਦੇ ਦਰ 'ਤੇ ਉਹੀ ਜਾਂਦਾ ਹੈ ਸੱਚ ਚਵਾਈਆਂ, ਜਿਹੜਾ ਸੱਚ ਬੋਲਦਾ ਹੈ, ਪਾ ਜੋ ਨਾਮ ਜਪਦਾ। ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਪਰਮਾਤਮਾ ਦੇ ਮਹਿਲ ਅੰਦਰ ਉਸੇ ਨੂੰ ਬੁਲਾਇਆ ਜਾਂਦਾ ਹੈ ਜੋ ਨਾਮ ਜਪਦਾ ਹੈ। ਸੱਚ 'ਚ ਹੋਣ ਕਾਰਨ, ਨਾਮ ਜਪਣ ਕਾਰਨ ਫਿਰ ਉਸ ਨੂੰ ਪਰਮਾਤਮਾ ਦੇ ਮਹਿਲ ਅੰਦਰ ਬੁਲਾ ਲਿਆ ਜਾਂਦਾ। ਨਾਨਕ ਸੱਚ ਸਦਾ ਸਚਿਆਰ, ਸੱਚ ਸਮਾਈ। ਪਰਮਾਤਮਾ ਦੇ ਸਦਾ ਹੀ ਸਚਿਆਰ ਹੈ, ਸੱਚ ਰਾਹੀਂ ਹੀ ਉਸ ਦੇ ਵਿੱਚ ਸਮਾਇਆ ਜਾ ਸਕਦਾ। ਕੂੜਿਆਰ ਦੇ ਵਿੱਚ ਕੂੜ ਰਾਹੀਂ ਸਮਾਇਆ ਜਾ ਸਕਦਾ, ਸਚਿਆਰ ਵਿੱਚ ਸੱਚ ਰਾਹੀਂ ਸਮਾਇਆ ਜਾ ਸਕਦਾ। ਜੋ ਜਿਹਨੇ ਪਰਮਾਤਮਾ 'ਚ ਲੀਨ ਹੋਣਾ ਹੁੰਦਾ, ਉਹਨੂੰ ਫਿਰ ਨਾਮ ਜਪਣਾ ਪੈਂਦਾ। ਉਹ ਨਾਮ ਜਪ ਜਪ ਕੇ ਹੀ ਫਿਰ ਸਚਿਆਰ ਹੋ ਜਾਂਦਾ ਅਤੇ ਫਿਰ ਸੱਚ ਪਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਸ਼ਲੋਕ ਮਹਿਲਾ ਪਹਿਲਾ। ਅਪਰੰ ਕਰ ਦੇ ਗਮਲੇ ਨੂੰ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਇਹਨੂੰ ਕਹਿ ਨਹੀਂ ਪੜ੍ਹਨਾ, ਕਹਿ। ਹਿੰਦੀ ਦਾ ਪੂਰਾ ਸ਼ਬਦ ਹੈ ਕਹਾਂ। ਕਹਾਂ ਤੋਂ ਛੋਟਾ ਹੈ ਕਹਿ। ਸਪੈਲਿੰਗ ਹੈ ਕਹਾ। ਇਹਨੂੰ ਪੜ੍ਹਨਾ ਕਹਿ, ਭਾਵ ਕਿੱਥੇ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਹੋਂ ਭਾਲ ਵਿਕੁੰਨੀ ਹੋਈ, ਆਂਧੇਰੈ। ਆੜੇ ਨੂੰ ਕਰਨਾ ਪੈਂਦੇ। ਆਂਧੇਰੈ ਰਾਹ ਨਾ ਕੋਈ, ਵਿੱਚ ਹਉਮੈ ਕਾ ਦੁਖ ਰੋਈ। ਕਹ ਨਾਨਕ ਕਿਨ ਬਿਧ ਗਤ ਹੋਈ। ਗੁਰੂ ਮਹਾਰਾਜ ਕਹਿੰਦੇ ਕਾਲ ਕਾਤੀ। ਕਾਲ ਮਾਨੇ ਕਲਯੁਗ। ਇਹ ਜਿਹੜਾ ਕਲਯੁਗ ਹੈ, ਇਹ ਤੇ ਕਾਤੀ ਕੈਂਚੀ ਦੀ ਤਰ੍ਹਾਂ ਹੈ, ਇਹ ਤੇ ਛੁਰੀ ਦੀ ਤਰ੍ਹਾਂ ਹੈ। ਰਾਜੇ ਕਸਾਈ ਤੇ ਰਾਜੇ ਕਸਾਈ ਹੋ ਗਏ ਨੇ। ਲੋਕਾਂ ਨੂੰ ਤੰਗ ਕਰਦੇ ਨੇ, ਲੋਕਾਂ ਨੂੰ ਕੁੱਟਦੇ ਮਾਰਦੇ ਨੇ, ਉਹਨਾਂ ਦਾ ਖੂਨ ਚੂਸਦੇ ਨੇ। ਔਰ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਆਪ ਹੀ ਇਹਨਾਂ ਰਾਜਿਆਂ ਨੂੰ ਵੋਟਾਂ ਪਾ ਕੇ ਚੁਣਦੇ ਹਾਂ। ਫਿਰ ਜਦੋਂ ਅਸੀਂ ਹੱਕ ਮੰਗਦੇ ਹਾਂ, ਫਿਰ ਇਹੀ ਸਾਨੂੰ ਕੁੱਟਦੇ ਨੇ। ਦੇਖੋ, ਸਾਡੇ ਚੁਣੇ ਹੋਏ ਹੀ ਸਾਨੂੰ ਕੁੱਟਦੇ ਨੇ। ਕੋਈ ਬੇਗਾਨਾ ਸਾਨੂੰ ਕੁੱਟੇ ਤਾਂ ਮੰਨ ਲਿਆ ਵੀ ਠੀਕ ਹੈ। ਅੰਗਰੇਜ਼ ਮੰਨ ਲਓ ਆਏ ਨੇ, ਬਾਹਰੋਂ ਆਏ ਨੇ, ਸਾਡੇ ਕੁਛ ਨਹੀਂ ਲੱਗਦੇ, ਅਸੀਂ ਉਹਨਾਂ ਨੂੰ ਚੁਣਿਆ ਨਹੀਂ ਹੈ। ਉਹ ਸਾਨੂੰ ਕੁੱਟਣ ਦੀ ਗੱਲ ਹੈ, ਅਸੀਂ ਹੀ ਚੁਣੇ। ਸਾਡੇ ਹੀ ਉਹ ਲੋਕ ਨੇ, ਅਸੀਂ ਹੀ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਹਾਂ। ਵੀ ਤੁਹਾਨੂੰ ਇਸ ਲਈ ਚੁਣਦੇ ਹਾਂ ਵੀ ਤੁਸੀਂ ਪੁਲਿਸ ਰਾਹੀਂ ਸਾਨੂੰ ਕਟਵਾਓ। ਹੈ ਹੱਕ ਮੰਗਦੇ, ਕਹਿੰਦਾ ਮੰਗੋ ਕੁਛ ਨਾ, ਬਸ। ਹਾਂ, ਮੰਗੋ ਕੁਛ ਨਾ, ਜਿਵੇਂ ਅਸੀਂ ਕਹਿੰਦੇ ਉਵੇਂ ਕਰੀ ਜਾਓ। ਤਾਂ ਗੁਰਬਾਣੀ ਕਹਿੰਦੀ। ਗੁਰੂ ਨਾਨਕ ਦੇਵ ਜੀ ਵੇਲੇ ਵੀ ਇਹੀ ਹਾਲ ਸੀ ਅਤੇ ਹੁਣ ਵੀ ਇਹੀ ਹਾਲ ਹੈ। ਸੋ ਕਲਯੁਗ ਦੇ ਵਿੱਚ ਰਾਜੇ ਕਸਾਈ ਹੋ ਗਏ ਨੇ। ਧਰਮ ਪੰਖ ਕਰ ਉੱਡ ਰਿਹਾ। ਧਰਮ ਹੈ ਖੰਭ ਲਾ ਕੇ ਉੱਡ ਗਿਆ ਹੈ, ਧਰਮ ਤਾਂ ਰਿਹਾ ਹੀ ਨਹੀਂ। ਹੁਣ ਤਾਂ ਪਖੰਡ ਰਹਿ ਗਿਆ ਹੈ, ਲੋਕ ਵਿਖਾਵਾ ਰਹਿ ਗਿਆ ਹੈ। ਧਰਮ ਅਨੁਸਾਰ ਦੇ ਚੱਲਦੇ ਹੀ ਕੋਈ ਨਹੀਂ। ਧਰਮ ਨੂੰ ਪੜ੍ਹ ਰਹੇ ਨੇ, ਦੁਨੀਆ ਪੜ੍ਹ ਰਹੀ ਹੈ, ਧਰਮ ਨੂੰ ਪੜ੍ਹ ਰਹੀ ਹੈ, ਧਰਮ ਨੂੰ ਗਾ ਰਹੀ ਹੈ, ਧਰਮ ਦੀ ਕਥਾ ਵੀ ਕਰ ਰਹੀ ਦੁਨੀਆ, ਸੁਣ ਵੀ ਰਹੀ ਹੈ, ਪਰ ਧਰਮ ਅਨੁਸਾਰ ਦੇ ਚੱਲਦੇ ਹੀ ਕੋਈ ਨਹੀਂ। ਧਰਮ ਦੇ ਖੰਭ ਲੱਗ ਕੇ ਉੱਡ ਗਿਆ ਹੈ। ਧਰਮ ਨੂੰ ਤਾਂ ਹੁਣ ਕਮਾਈ ਦਾ ਸਾਧਨ ਬਣਾ ਲਿਆ ਗਿਆ। ਅਸਲ ਧਰਮ ਤੇ ਜੀਵਨ ਜਾਂਚ ਸੀ ਵੀ ਜਿਉਣਾ ਕਿਵੇਂ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਚਲਾਇਆ, ਸਾਨੂੰ ਜੀਵਨ ਜਾਂਚ ਸਿਖਾਈ ਕਿ ਜਿਉਣਾ ਕਿਵੇਂ ਹੈ। ਅਸੀਂ ਉਹ ਜੀਵਨ ਜਾਂਚ ਨਹੀਂ ਸਿੱਖੀ, ਉਹਨੂੰ ਰੱਟਾ ਲਾ ਲਿਆ, ਉਹਨੂੰ ਗਾਉਣਾ ਸ਼ੁਰੂ ਕਰਤਾ, ਉਹਨੂੰ ਪੜ੍ਹਨਾ ਸ਼ੁਰੂ ਕਰਤਾ,
ਉਹਦੀ ਕਥਾ ਵਾਰਤਾ ਸ਼ੁਰੂ ਕਰਦੇ, ਪਰ ਮੰਨਣਾ ਨਹੀਂ ਸ਼ੁਰੂ ਕੀਤਾ। ਇਸ ਲਈ ਧਰਮ ਤੇ ਖੰਭ ਲਾ ਕੇ ਉੱਡ ਗਿਆ ਹੈ। ਆਲੇ ਦੁਆਲੇ ਨਿਗਾਹ ਮਾਰ ਕੇ ਦੇਖ ਲਓ, ਕੋਈ ਵਿਰਲਾ ਟਾਵਾਂ ਬੰਦਾ ਤੁਹਾਨੂੰ ਅੰਦਰੋਂ ਧਾਰਮਿਕ ਮਿਲੇਗਾ। ਬਾਹਰ ਤਾਂ ਬਥੇਰੇ ਮਿਲ ਜਾਣਗੇ, ਬਾਹਰ ਤਾਂ ਤੁਹਾਨੂੰ 3 ਫੁੱਟੀ ਕਿਰਪਾਨ ਵਾਲੇ ਵੀ ਮਿਲ ਜਾਣਗੇ। ਅੰਦਰੋਂ ਧਾਰਮਿਕ ਹੋਣਾ ਬਹੁਤ ਮੁਸ਼ਕਿਲ ਹੈ। ਇਸ ਲਈ ਕਹਿੰਦੇ ਧਰਮ ਦੇ ਖੰਭ ਲਾ ਕੇ ਉੱਡ ਗਿਆ ਹੈ, ਸਿਰਫ ਵਿਖਾਵਾ ਰਹਿ ਗਿਆ ਹੈ। ਧਰਮ ਹੁਣ ਕਮਾਈ ਦਾ ਸਾਧਨ ਰਹਿ ਗਿਆ ਹੈ। ਧਰਮ ਹੁਣ ਧੰਦਾ ਹੋ ਗਿਆ ਹੈ। ਅਤੇ ਜਦੋਂ ਧਰਮ ਧੰਦਾ ਹੋ ਜਾਏ ਉਦੋਂ ਫਿਰ ਗੜਬੜ ਹੋ ਜਾ ਕਰਦੀ ਹੈ। ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ ਅਮਾਵਸ, ਕੂੜ ਦੀ ਮੱਸਿਆ ਹੋ ਗਈ। ਮੱਸਿਆ ਕਾਲੀ ਰਾਤ ਹੁੰਦੀ ਨਾ, ਚਾਨਣ ਨਹੀਂ ਹੁੰਦਾ। ਕੁੱਪ ਹਨੇਰੀ ਰਾਤ ਹੁੰਦੀ ਜਿਹਦੇ ਮੱਸਿਆ ਹੁੰਦੀ। ਕੂੜ ਹੈ, ਇਸ ਕਰਕੇ ਅਗਿਆਨਤਾ ਰੂਪੀ ਮੱਸਿਆ ਆ ਗਈ। ਸੱਚ ਚੰਦਰਮਾ, ਇਹ ਗਿਆਨ ਦਾ ਚੰਦਰਮਾ ਦੀਸੈ ਨਾਹੀਂ ਕਹਿ ਚੜ੍ਹਿਆ, ਦਿਸਦਾ ਹੀ ਨਹੀਂ ਕਿੱਥੇ ਚੜ੍ਹਿਆ। ਸੱਚ ਰੂਪੀ ਚੰਦਰਮਾ, ਗਿਆਨ ਰੂਪੀ ਚੰਦਰਮਾ, ਤੇ ਦਿਸਦਾ ਹੀ ਨਹੀਂ ਵੀ ਕਿੱਥੇ ਚੜ੍ਹਿਆ। ਮੱਸਿਆ ਦਾ ਕਾਲੀ ਬੋਲੀ ਮੱਸਿਆ ਹੈ। ਅਗਿਆਨਤਾ ਦਾ ਹਨੇਰਾ ਅੰਦਰ ਹੋ ਗਿਆ ਹੈ। ਸੱਚ ਰੂਪੀ ਚੰਦਰਮਾ ਤੇ ਦਿਸ ਹੀ ਨਹੀਂ ਰਿਹਾ। ਕਿਉਂਕਿ ਅੱਜ ਜਿਹੜਾ ਸੱਚ ਬੋਲਦਾ ਉਹ ਸਭ ਤੋਂ ਵੱਧ ਦੁਖੀ ਹੁੰਦਾ। ਅੱਜ ਦੇਖਿਆ ਜਿਹੜਾ ਅੱਜ ਵੈਸੇ ਸੱਚ ਬੋਲਦਾ ਹੀ ਕੋਈ ਨਹੀਂ, ਅਤੇ ਜੇ ਕੋਈ ਬੋਲ ਪਏਗਾ ਤਾਂ ਫਿਰ ਦੁਖੀ ਹੋਵੇਗਾ, ਸੁਖੀ ਨਹੀਂ ਹੋ ਸਕਦਾ। ਕਈ ਵਾਰੀ ਸੱਚ ਬੋਲਣਾ ਔਖਾ ਨਹੀਂ ਹੁੰਦਾ, ਪਰ ਸੱਚ ਬੋਲ ਕੇ ਜਿਹੜੀ ਫਿਰ ਮੁਸੀਬਤ ਖੜੀ ਹੁੰਦੀ ਹੈ ਉਹ ਔਖੀ ਹੈ। ਆ ਭਾਰਤ ਦੇ ਵੱਡੇ ਵੱਡੇ ਜਿਹੜੇ ਵਿਦਵਾਨ ਨੇ 80 82 ਸਾਲਾਂ ਦੇ, ਉਹਨਾਂ ਨੇ ਸੱਚ ਬੋਲਿਆ। ਅੱਜ ਦੀ ਸਰਕਾਰ ਨੂੰ ਉਹ ਚੰਗੇ ਨਹੀਂ ਲੱਗੇ, ਉਹਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ। ਸੱਚ ਦੇ ਬੋਲਤਾ ਉਹਨਾਂ ਨੇ, ਸੱਚ ਦੇ ਉਹਨਾਂ ਨੇ ਲਿਖਦਾ, ਪਰ ਉਹ ਸੱਚ ਬੋਲਣ ਦੇ ਲਿਖਣ ਦੀ ਸਜ਼ਾ ਉਹਨਾਂ ਨੂੰ ਇਹ ਹੈ ਕਿ ਉਹਦੇ ਜ਼ਮਾਨਤ ਹੀ ਨਹੀਂ ਹੋ ਰਹੀ, ਬੈਠੇ ਰਹਿੰਦੇ। ਇਸ ਲਈ ਪਹਿਲਾਂ ਤਾਂ ਸੱਚ ਹੀ ਕੋਈ ਨਹੀਂ ਬੋਲਦਾ, ਅਤੇ ਜੇ ਕੋਈ ਬੋਲ ਪੈਂਦਾ ਤਾਂ ਉਹਨੂੰ ਮਗਰੋਂ ਪਛਤਾਵਾ ਹੁੰਦਾ ਕਿ ਇਸ ਝੂਠਿਆਂ ਦੀ ਦੁਨੀਆ ਵਿੱਚ ਸੱਚ ਬੋਲ ਕੇ ਦੁੱਖ ਹੀ ਦੁੱਖ ਹੋਣਾ। ਸੱਚ ਬੋਲੇ ਤਾਂ ਛੁੱਟੀ ਨਹੀਂ ਮਿਲਦੀ। ਕਈ ਵਾਰੀ ਛੁੱਟੀ ਲੈਣ ਲਈ ਛੁੱਟੀ ਮਿਲਦੀ ਨਾ, ਫਰਜ਼ੀ ਜਿਹੜਾ ਹੈ ਡਾਕਟਰ ਤੋਂ ਲਿਖਾ ਕੇ ਮੈਡੀਕਲ ਸਰਟੀਫਿਕੇਟ ਦੇਣਾ, ਅਤੇ ਡਾਕਟਰ ਲਿਖ ਦੇਣਾ ਵੀ ਇਹਦੇ ਢਿੱਡ ਪੀੜ ਹੋ ਰਹੀ ਹੈ ਜੀ, ਤਾਂ ਜੋ ਕਸ ਜਾਵੇ ਵੀ ਨਾ। ਮੰਨ ਲਓ ਅਫਸਰ ਕਹਿੰਦਾ ਨਹੀਂ ਜੀ ਚੈੱਕ ਕਰਾਓ, ਹਮੇਂ ਡਾਕਟਰ ਕਹਿੰਦਾ ਜੀ ਜੇ ਮਰਜ਼ੀ ਕਰ ਲੈ। ਮੰਨ ਲਓ ਅਫਸਰ ਕਹਿੰਦਾ ਝੂਠਾ ਘਰ ਬੈਠਾ ਜੀ ਹੈ, ਤਾਂ ਕਈ ਮੇਰੇ ਢਿੱਡ ਪੀੜ ਹੁੰਦੀ ਹੈ, ਕਿਸੇ ਐਕਸਰੇ 'ਚ ਨਹੀਂ ਆਏਗੀ, ਜੋ ਮਰਜ਼ੀ ਕਰ ਲਿਓ, ਹੋ ਰਹੀ ਬਸ ਢਿੱਡ ਪੀੜ। 20 ਰੁਪਏ ਦਿਓ, ਸਰਟੀਫਿਕੇਟ ਬਣ ਗਿਆ, ਛੁੱਟੀ ਮਿਲ ਗਈ, ਨਹੀਂ ਤਾਂ ਮਿਲਦੀ ਨਹੀਂ ਹੈ। ਝੂਠ ਬੋਲਣਾ। ਕਾਲਯੁੱਗ ਦੇ ਵਿੱਚ ਮੈਂ ਦੇਖਿਆ ਦਿਨ 'ਚ ਪਤਾ ਨਹੀਂ ਕਿੰਨੇ ਵਾਰੀ ਝੂਠ ਬੋਲਿਆ ਜਾਂਦਾ ਹੈ। ਇਸ ਲਈ ਇਹ ਕੂੜ ਦੀ ਮੱਸਿਆ ਹੈ। ਸੱਚ ਰੂਪੀ ਚੰਦਰਮਾ ਦਾ ਦਿਸਦੇ ਨਹੀਂ ਕਿੱਥੇ ਚੜ੍ਹਿਆ। ਹਾਂ ਭਾਲ ਵਿਕੁੰਨੀ ਹੋਈ, ਵਿਕੁੰਨੀ ਹੁੰਦਾ ਵਿਆਕੁਲ। ਮੈਂ ਸੱਚ ਰੂਪੀ ਚੰਦਰਮਾ ਨੂੰ ਲੱਭਦੀ ਵਿਆਕੁਲ ਹੋ ਗਈ ਹਾਂ। ਅੰਧੇਰਾ ਰਾਹ ਨਾ ਕੋਈ, ਮੈਨੂੰ ਇਸ ਅਗਿਆਨਤਾ ਰੂਪੀ ਹਨੇਰੇ 'ਚ, ਇਸ ਅਗਿਆਨਤਾ ਵਿੱਚੋਂ ਨਿਕਲਦਾ ਕੋਈ ਰਾਹ ਹੀ ਨਹੀਂ ਲੱਭ ਰਿਹਾ, ਰਾਹ ਨਹੀਂ ਲੱਭ ਰਿਹਾ। ਵਿੱਚ ਹਉਮੈ ਕਰ ਦੁੱਖ ਰੋਈ, ਹਉਮੈ ਕਾਰਨ ਦੁੱਖ ਹੋ ਗਿਆ ਹੈ। ਹਉਮੈ ਆਪਣੇ ਆਪ ਹੀ ਦੁੱਖ ਹੈ। ਇਹ ਦੁੱਖ ਕਰਕੇ ਮਨੁੱਖ ਰੋਈ ਤੇ ਭਾਵੇਂ ਦੁਖੀ ਹੋ ਰਿਹਾ ਹੈ। ਕਹੋ ਨਾਨਕ ਕਿਨ ਬਿਦ ਗਤ ਹੋਏ। ਗੁਰੂ ਮਹਾਰਾਜ ਕਹਿੰਦੇ ਦੱਸੋ ਕਿਸ ਤਰੀਕੇ ਨਾਲ ਇਹ ਮੁਕਤੀ ਹੋ ਸਕਦੀ ਹੈ ਇਸ ਕੁੱਪ ਹਨੇਰੇ 'ਚ। ਢੰਗ ਨਹੀਂ ਇਸ ਸ਼ਬਦ 'ਚ ਦੱਸਿਆ, ਸਿਰਫ ਇੰਨੇ ਪ੍ਰਸ਼ਨ ਕਰਤੇ ਕਿਸ ਤਰੀਕੇ ਨਾਲ ਕਹਿੰਦੇ ਗਤੀ ਹੋ ਸਕਦੀ ਇਸ ਹਨੇਰੇ ਕੁੱਪ ਹਨੇਰੇ 'ਚ ਨਿਕਲਣੀ।
ਕਿਸ ਤਰੀਕੇ ਨਾਲ ਹੋ ਸਕਦਾ। ਹੁਣ ਅਗਲੀ ਤੀਸਰੇ ਪਾਤਸ਼ਾਹ ਨੂੰ ਕਲੀਅਰ ਕੀਤਾ। ਗੁਰੂ ਨਾਨਕ ਦੇਵ ਇੱਥੇ ਗੱਲ ਲਿਆ ਕੇ ਛੱਡਤੀ ਬਈ ਹੁਣ ਜਿਹੜਾ ਕਲਯੁਗ ਹੈ ਇਹ ਕੈਂਚੀ ਦੀ ਨਿਆਈ ਹੈ। ਇਹ ਰਾਜੇ ਕਸਾਈ ਹੋ ਗਏ ਨੇ, ਧਰਮ ਖੰਭ ਲਾ ਕੇ ਉੱਡ ਗਿਆ ਹੈ, ਕੂੜ ਦੀ ਮੱਸਿਆ ਹੈ, ਸੱਚ ਰੂਪੀ ਚੰਦਰਮਾ ਦਿਸਦਾ ਹੀ ਨਹੀਂ ਕਿੱਥੇ ਚੜ੍ਹਿਆ ਹੈ। ਮੈਂ ਸੱਚ ਰੂਪੀ ਚੰਦਰਮਾ ਨੂੰ ਲੱਭਦੀ ਲੱਭਦੀ ਵਿਆਕੁਲ ਹੋ ਗਈ ਹਾਂ, ਪਰ ਇਸ ਘੁੱਪ ਹਨੇਰੇ 'ਚ ਮੈਨੂੰ ਬਾਹਰ ਨਿਕਲਣ ਦਾ ਰਾਹ ਹੀ ਨਹੀਂ ਲੱਭ ਰਿਹਾ। ਫਿਰ ਕਹਿੰਦੇ ਮੇਰੇ ਅੰਦਰ ਹਉਮੈ ਸੀ, ਹਉਮੈ ਕਾਰਨ ਸਾਰਾ ਕੂੜ ਹੋ ਗਿਆ, ਅੰਦਰ ਅਗਿਆਨਤਾ ਰੂਪੀ ਹਨੇਰਾ ਹੋ ਗਿਆ, ਇਸ ਕਰਕੇ ਮੈਨੂੰ ਦੁੱਖ ਹੈ। ਹੁਣ ਦੱਸੋ ਕਿਸ ਤਰੀਕੇ ਨਾਲ ਮੇਰੀ ਗਤੀ ਹੋ ਸਕਦੀ ਹੈ, ਕਿਸ ਤਰੀਕੇ ਨਾਲ ਮੈਂ ਇਸ ਘੁੱਪ ਹਨੇਰੇ ਅਗਿਆਨਤਾ ਦੇ ਹਨੇਰੇ 'ਚੋਂ ਬਾਹਰ ਨਿਕਲ ਸਕਦੀ ਹਾਂ। ਇਹਨਾਂ ਕਹਤਾ। ਹੁਣ ਤੀਸਰੇ ਪਾਤਸ਼ਾਹ ਨੇ ਇਹ ਗੱਲ ਕਲੀਅਰ ਕੀਤੀ। ਉਹ ਕਹਿੰਦੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸ ਨੂੰ ਨਜ਼ਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਕਲ ਯੁੱਗ ਦੇ ਵਿੱਚ ਕੀਰਤ ਪਰਮਾਤਮਾ ਦੀ ਸਿਫਤ ਸਲਾਹ ਇਹ ਕਹਿੰਦੇ ਸੰਸਾਰ 'ਚ ਗਿਆਨ ਦਾ ਚਾਨਣ ਕਰਦੀ ਹੈ। ਚਾਨਣ ਚਾਹੀਦਾ ਸੀ ਬਾਹਰ ਨਿਕਲਣੇ। ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰੋ, ਉਹਦਾ ਨਾਮ ਜਪੋ, ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਏਗਾ, ਫਿਰ ਤੁਸੀਂ ਇਸ ਅਗਿਆਨਤ ਰੂਪੀ ਹਨੇਰੇ 'ਚ ਬਾਹਰ ਨਿਕਲ ਸਕਦੇ ਹੋ। ਗੁਰਮੁਖ ਕੋਈ ਉਤਰੈ ਪਰ ਕੋਈ ਵਿਰਲਾ ਟਾਵਾਂ ਗੁਰਮੁਖ ਹੈ ਜਿਹੜਾ ਇਸ ਘੁੱਪ ਹਨੇਰੇ ਤੋਂ ਬਾਹਰ ਨਿਕਲੇਗਾ। ਜੇ ਕੋਈ ਗੁਰੂ ਦੀ ਗੱਲ ਮੰਨੇਗਾ, ਸਹੀ ਕਰਮ ਕਰੇਗਾ, ਨਾਮ ਜਪੇਗਾ, ਤਾਂ ਹੀ ਉਹਦੇ ਅੰਦਰ ਹਨੇਰਾ ਖਤਮ ਹੋਏਗਾ ਅਤੇ ਉਹ ਪਰਲੇ ਬੰਨੇ ਲੱਗ ਸਕੇਗਾ। ਜਿਸ ਨੂੰ ਨਜ਼ਰ ਕਰੇ ਤਿਸ ਦੇਵੈ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ। ਨਜ਼ਰ ਦੀ ਕਿਰਪਾ ਦ੍ਰਿਸ਼ਟੀ ਇੱਕ ਹੁੰਦਾ ਕਰਮ, ਕਰਮ ਹੁੰਦੀ ਹੈ ਬਖਸ਼ਿਸ਼, ਉਦੋਂ ਉੱਪਰਲੀ ਅਵਸਥਾ ਹੁੰਦੀ ਹੈ ਨਜ਼ਰ। ਜਦੋਂ ਮਨੁੱਖ ਦੇ ਬਖਸ਼ਿਸ਼ ਹੁੰਦੀ ਹੈ ਤਾਂ ਕਰਮ ਖੰਡ 'ਚ ਚਲਿਆ ਜਾਂਦਾ ਹੈ। ਜਦੋਂ ਉਸ 'ਤੇ ਨਜ਼ਰ ਹੁੰਦੀ ਹੈ ਫਿਰ ਸੱਚਖੰਡ ਚਲੇ ਜਾਂਦਾ, ਫਿਰ ਸੱਚਖੰਡ ਚਲੇ ਜਾਂਦਾ। ਜਦੋਂ ਸਤ ਸੰਗਤ 'ਚ ਆਉਂਦਾ ਹੈ ਉਹ ਧਰਮ ਖੰਡ 'ਚ ਆ ਗਿਆ ਹੈ। ਸਤ ਸੰਗਤ 'ਚ ਆ ਕੇ ਉਹਨੂੰ ਗਿਆਨ ਹੁੰਦਾ ਹੈ। ਜਦੋਂ ਗਿਆਨ ਹੁੰਦਾ ਗਿਆਨ ਖੰਡ 'ਚ ਚਲਿਆ ਜਾਂਦਾ ਹੈ। ਜਦੋਂ ਗਿਆਨ ਹੁੰਦਾ ਹੈ ਤਾਂ ਉਸ ਗਿਆਨ ਦੇ ਅਨੁਸਾਰ ਉਹ ਮਿਹਨਤ ਕਰਦਾ ਹੈ। ਜਦ ਉਹ ਮਿਹਨਤ ਕਰਦਾ ਤਾਂ ਸ਼ਰਮ ਖੰਡ 'ਚ ਚਲਿਆ ਜਾਂਦਾ ਹੈ। ਮਿਹਨਤ ਕਰਦਿਆਂ ਕਰਦੇ ਉਸ 'ਤੇ ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਉਹ ਕਰਮ ਖੰਡ 'ਚ ਚਲਿਆ ਜਾਂਦਾ। ਉੱਥੇ ਜਾ ਕੇ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਉਸ 'ਤੇ ਫਿਰ ਪਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ ਕਿ ਉਹ ਸੱਚਖੰਡ 'ਚ ਪ੍ਰਵੇਸ਼ ਕਰ ਜਾਂਦਾ। ਇਸ ਵੇਲੇ ਆਪਾਂ ਧਰਮ ਖੰਡ 'ਚ ਬੈਠੇ ਹਾਂ ਜਿੱਥੋਂ ਸਾਨੂੰ ਗਿਆਨ ਪ੍ਰਾਪਤ ਹੋ ਰਿਹਾ। ਧਰਮ ਖੰਡ 'ਚ ਆ ਕੇ ਫਿਰ ਗਿਆਨ ਪ੍ਰਾਪਤ ਹੁੰਦਾ, ਫਿਰ ਮਨੁੱਖ ਨੂੰ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ। ਸਤ ਸੰਗਤ ਤੋਂ ਬਿਨਾਂ ਤਾਂ ਮਨੁੱਖ ਗਿਆਨ ਹੀ ਨਹੀਂ ਦਾ ਕੀ ਕਰਨਾ ਅਤੇ ਕੀ ਨਹੀਂ ਕਰਨਾ। ਉਹ ਸੋਚਦਾ ਜੋ ਮੈਂ ਕਰ ਰਿਹਾ ਠੀਕ ਕਰ, ਉਹ ਇਹੀ ਸੋਚਦਾ ਕਿ ਮੈਂ ਜੋ ਕਰ ਰਿਹਾ ਠੀਕ ਕਰ। ਸ਼ਰਾਬ ਪੀਣ ਵਾਲਾ ਸਮਝਦਾ ਮੈਂ ਠੀਕ ਕਰ ਰਿਹਾ, ਨਸ਼ੇ ਕਰਨ ਵਾਲਾ ਕਹਿੰਦਾ ਮੈਂ ਠੀਕ ਕਰ ਰਿਹਾ, ਚੋਰੀ ਕਰਨ ਵਾਲਾ ਸਮਝਦਾ ਚੋਰ ਮੈਂ ਠੀਕ ਕਰ ਰਿਹਾ, ਡਾਕੂ ਸਮਝਦਾ ਮੈਂ ਠੀਕ ਕਰ ਰਿਹਾ ਹਾਂ, ਰਿਸ਼ਵਤ ਖੋਰ ਸਮਝਦਾ ਮੈਂ ਠੀਕ ਕਰ ਰਿਹਾ ਹਾਂ, ਮਿਲਾਵਟ ਖੋਰ ਸਮਝਦੇ ਮੈਂ ਠੀਕ ਕਰ ਰਿਹਾ ਹਾਂ। ਉਹ ਆਪਣੇ ਠੀਕ ਸਮਝਦੇ ਨੇ। ਜਦੋਂ ਕਿਤੇ ਭੁੱਲ ਚੁੱਕ ਕੇ ਆ ਜਾਣ ਸਤਸੰਗ 'ਚ 2-4 ਦਿਨ, ਫਿਰ ਉਹਨਾਂ ਨੂੰ ਗਿਆਨ ਹੁੰਦਾ ਵੀ ਤੁਸੀਂ ਜੋ ਕਰ ਰਹੇ ਹੋ ਤੇ ਗਲਤ ਹੈ। ਜਦੋਂ ਪਤਾ ਲੱਗੇਗਾ ਗਲਤ ਹੈ ਤੇ ਗਲਤ ਕੰਮ ਦਾ ਕੀ ਨਤੀਜਾ ਨਿਕਲਣਾ, ਜਦੋਂ ਨਾਲ ਨਤੀਜਾ ਵੀ ਪਤਾ ਲੱਗੇਗਾ, ਫਿਰ ਮਨੁੱਖ ਡਰ ਕੇ ਹੋ ਸਕਦਾ ਗਲਤ ਕੰਮ ਛੱਡ ਦੇਵੇ। ਅਤੇ ਕਈ ਤਾਂ ਨਿਰਲੱਜ ਹੁੰਦੇ ਨੇ, ਉਹ ਲੱਗੇ ਹੀ ਰਹਿੰਦੇ ਨੇ, ਹਟਦੇ ਨਹੀਂ ਹੈਗੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਨਜ਼ਰ ਕਰੇ ਤਿਸ ਦੇਵੇ।
ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹਨੂੰ ਆਪਣੀ ਸਿਫਤ ਸਲਾਹ ਦੀ ਬਖਸ਼ਿਸ਼ ਕਰਦੇ ਉੱਤੇ ਕੀਰਤ। ਪਰਮਾਤਮਾ ਦੀ ਸਿਫਤ ਸਲਾਹ ਉਹੀ ਕਰਦਾ ਜਿਸ 'ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ। ਨਾਨਕ ਗੁਰਮੁਖ ਰਤਨ ਸੋ ਲੇਵੈ, ਇਹੋ ਜਿਹਾ ਵਿਅਕਤੀ ਫਿਰ ਗੁਰੂ ਤੋਂ ਨਾਮ ਰਤਨ ਪ੍ਰਾਪਤ ਕਰਦਾ। ਜਿਵੇਂ ਰਤਨ ਕੀਮਤੀ ਹੁੰਦਾ ਹੈ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਹਰ ਇੱਕ ਚੀਜ਼ ਤੋਂ ਵੱਧ ਕੀਮਤੀ ਗਿਣਿਆ ਗਿਆ ਹੈ, ਕਿਉਂਕਿ ਪਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਹੈ ਕਿ ਤੁਸੀਂ ਨਾਮ ਸ਼ਕਤੀ ਦੇ ਨਾਲ ਹਰ ਇੱਕ ਚੀਜ਼ ਪ੍ਰਾਪਤ ਕਰ ਸਕਦੇ ਹੋ। ਹਰ ਇੱਕ ਚੀਜ਼ ਪ੍ਰਾਪਤ ਕਰ ਸਕਦੇ। ਇਹ ਨਾਮ ਸ਼ਕਤੀ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਨਾਮ ਸ਼ਕਤੀ ਨਾਲ ਇਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਨਾਮ ਦੇ ਵਿੱਚ ਇੰਨੀ ਤਾਕਤ ਹੈ। ਜਿਹੜਾ ਮੰਗਦਾ ਹੈ ਨਾ, ਮੰਗਦਾ ਕਿਤੇ ਕੁਝ ਸਾਲ ਡਟ ਕੇ ਨਾਮ ਜਪ ਲੈ, ਦਾਤਾ ਹੋ ਜਾਏਗਾ, ਉਹ ਦਾਤਾ ਹੋ ਜਾਏਗਾ। ਪਰ ਅਸੀਂ ਮੰਗਤਾ ਪੁਣ ਚੋਂ ਨਿਕਲ ਹੀ ਨਹੀਂ ਚਾਹੁੰਦੇ। ਕਰੇ ਤਾਂ ਕਰੇ ਕੀ। ਸਾਨੂੰ ਮੰਗਤਾ ਪੁਣਾ ਚੰਗਾ ਲੱਗਦਾ ਹੈ। ਅਸੀਂ ਦਾਤਿਆਂ ਦੇ ਦਰਾਂ 'ਤੇ ਫਿਰੀ ਜਾਂਦੇ ਹਾਂ। ਗੁਰਬਾਣੀ ਕਿ ਤੁਸੀਂ ਆਪ ਹੀ ਦਾਤੇ ਬਣ ਲਓ। ਤੁਸੀਂ ਐਕਚੁਅਲੀ ਤਾਂ ਦਾਤੇ ਹੀ ਹੋ, ਗੁਰਬਾਣੀ ਕਹਿੰਦੀ, ਪਰ ਤੁਸੀਂ ਸਮਝਦੇ ਨਹੀਂ ਕਿ ਅਸੀਂ ਦਾਤੇ ਹਾਂ। ਕਿੱਥੇ ਜੀ ਮੈਂ, ਕਿੱਥੇ ਮੈਂ ਤੇ ਮੰਗਤਾ ਜੀ, ਮੈਂ ਕਿੱਥੇ ਦਾਤਾ, ਮੇਰੇ ਭਾਗਾਂ 'ਚ ਕਿੱਥੇ। ਇਹੀ ਕਰੇ ਟੋਲਦੇ ਨੇ। ਪਰਮਾਤਮਾ ਕਹਿੰਦਾ ਮੈਂ ਤੇ ਤੁਹਾਨੂੰ, ਮੈਂ ਦਾਤਾ ਹਾਂ ਅਤੇ ਮੈਂ ਤੇ ਤੁਹਾਨੂੰ ਦਾਤਾ ਹੀ ਪੈਦਾ ਕੀਤਾ ਹੈ, ਪਰ ਮਾਇਆ ਦਾ ਪਰਦਾ ਤੁਹਾਡੇ 'ਤੇ ਪੈਣ ਕਰਕੇ ਤੁਸੀਂ ਆਪਣੇ ਆਪ ਨੂੰ ਮੰਗਤੇ ਹੀ ਸਮਝੀ ਜਾ ਰਹੇ ਹੋ, ਅਤੇ ਤੁਹਾਡੇ 'ਚ ਹੌਸਲਾ ਹੀ ਨਹੀਂ ਪੈਂਦਾ ਕਿ ਮੈਂ ਮੰਗਤੇ ਤੋਂ ਦਾਤਾ ਬਣ ਜਾਵਾਂ। ਹਰ ਬੰਦਾ ਮੰਗਤੇ ਤੋਂ ਦਾਤਾ ਬਣ ਸਕਦਾ ਹੈ। ਇੰਨੀ ਜ਼ਬਰਦਸਤ ਬਾਣੀ ਅਤੇ ਨਾਮ ਸਾਡੇ ਕੋਲ ਹੈ। ਨਾਮ ਜਪਦਿਆਂ ਜਪਦਿਆਂ ਬੰਦੇ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਰਿੱਧੀ ਦਾ ਮਤਲਬ ਧਨ ਦੌਲਤ, ਸਿੱਧੀ ਦਾ ਮਤਲਬ ਆਤਮਿਕ ਸ਼ਕਤੀਆਂ ਇਹ ਪ੍ਰਾਪਤ। ਉਦੋਂ ਉੱਪਰਲੀ ਸਟੇਜ ਹੈ ਪਰਮਾਤਮਾ ਦੀ ਪ੍ਰਾਪਤੀ। ਨਾਮ ਜਪਣ ਵਾਲਾ ਭੁੱਖਾ ਨਹੀਂ ਰਹਿ ਸਕਦਾ, ਉਹ ਗਰੀਬ ਕੰਗਾਲ ਨਹੀਂ ਰਹਿ ਸਕਦਾ। ਪਰ ਗਰੀਬ ਕੰਗਾਲ ਦੇ ਅੰਦਰ ਇੰਨੀ ਸੋਝੀ ਹੀ ਨਹੀਂ ਕਿ ਮੈਂ ਇਸ ਗਰੀਬੀ ਵਿੱਚੋਂ, ਇਸ ਕੰਗਾਲੀ 'ਚ ਬਾਹਰ ਨਿਕਲਾਂ। ਸਿਆਪਾ ਤੇ ਆ ਹੈ। ਗਰੀਬ ਕੰਗਾਲ ਅਨਪੜ੍ਹ ਨੂੰ ਸੋਝੀ ਹੀ ਨਹੀਂ ਕਿ ਮੈਂ ਜਿਸ ਹਾਲਤ ਵਿੱਚ ਹੁਣ ਹਾਂ, ਮੈਂ ਇਸ 'ਚੋਂ ਨਿਕਲ ਸਕਦਾ ਹਾਂ। ਉਹ ਨਿਕਲ ਲਈ ਯਤਨ ਹੀ ਨਹੀਂ ਕਰਦਾ। ਇੱਥੇ ਸਾਧੂ ਸੰਤ ਮਹਾਤਮਾ ਗੁਰੂ ਪੀਰ ਪੈਗੰਬਰ ਅਵਤਾਰ ਆ ਕੇ ਚਲੇ ਗਏ। ਇਹ ਮਨੁੱਖ ਨਹੀਂ ਬਾਹਰ ਨਿਕਲਦਾ। ਇਹ ਗਿੱਦੜ ਡਿੱਗ ਪਿਆ ਟੋਏ 'ਚ, ਇੱਕ ਕੋਲੋਂ ਦੂਜਾ ਜਾਨਵਰ ਲੰਘਿਆ, ਕਹਿੰਦਾ ਤੂੰ ਟੋਏ 'ਚ ਬੈਠਾ, ਕਹਿੰਦਾ ਮੇਰਾ ਘਰ ਹੈ। ਆਹ ਪ੍ਰੋਬਲਮ ਹੈ। ਹੁਣ ਘਰ 'ਚ ਬਾਹਰ ਜੇ ਉਹ ਕਹਿੰਦਾ ਮੈਂ ਟੋਏ ਡਿੱਗ ਪਿਆ, ਹੋ ਸਕਦਾ ਕੋਈ ਨਾ ਕੋਈ ਨੂੰ ਕੱਢ ਦਿੰਦਾ। ਉਹ ਕਹਿੰਦਾ ਇਹ ਤਾਂ ਯਾਰਾਂ ਦਾ ਘਰ ਹੈ, ਚੰਗਾ ਬੈਠਾ ਰਹਿ, ਫਿਰ ਤੇਰਾ ਘਰ ਹੈ। ਤਾਂ ਆਹ ਹਾਲ ਹੈ ਸਾਡਾ। ਧਰਮ ਕਹਿੰਦਾ ਤੁਸੀਂ ਘਰ 'ਚ ਨਹੀਂ, ਤੁਸੀਂ ਟੋਏ 'ਚ ਡਿੱਗੇ ਹੋਏ ਹੋ। ਗੁਰੂ ਨੂੰ ਆਪਣੀ ਬਾਂਹ ਫੜੋ, ਤੁਹਾਨੂੰ ਟੋਏ 'ਚ ਬਾਹਰ ਕੱਢੇਗਾ। ਅਸੀਂ ਕਹਿੰਦੇ ਨਾ ਜੀ, ਅਸੀਂ ਤਾਂ ਘਰ 'ਚ ਬੈਠੇ। ਮੈਂ ਆਪਣਾ ਹੱਥ ਕਿਸੇ ਨੂੰ ਫੜਾਉਣ ਲਈ ਤਿਆਰ ਨਹੀਂ। ਤਿਆਰ ਕਰ ਦਫਾ ਫਿਰ ਪਿਆਰ ਬੈਠੇ ਕਰ। ਮੈਂ ਆਪਣਾ ਕਿਸ ਨੂੰ ਹੱਥ ਫੜਾਵਾਂ, ਕਿਸੇ ਨੂੰ ਆਵਾਜ਼ ਮਾਰਾਂ, ਮੈਨੂੰ ਇਸ ਟੋਏ 'ਚੋਂ ਕੱਢੋ, ਅਤੇ ਕੋਈ ਨਾ ਕੋਈ ਆ ਜਾਏਗਾ। ਸਿੱਖ ਕੇ ਗੁਰੂ ਕੋਲੇ ਆ ਜਾਏ, ਸੱਚੇ ਪਾਤਸ਼ਾਹ ਮੈਂ ਇਸ ਗਰੀਬੀ ਦੇ ਟੋਏ 'ਚ ਡਿੱਗ ਪਿਆ, ਮੈਨੂੰ ਇਸ ਗਰੀਬੀ ਦੇ ਟੋਏ 'ਚੋਂ ਕੱਢੋ। ਅਤੇ ਗੁਰੂ ਮਹਾਰਾਜ ਕਹਿਣਗੇ ਤੂੰ ਨਾਮ ਜਪਣਾ ਸ਼ੁਰੂ ਕਰ ਦੇ ਦਿਨ ਰਾਤ, ਐਸਾ ਢੋ ਢੁਕੇਗਾ ਤੇਰੀ ਗਰੀਬੀ ਦੂਰ ਹੋ ਜਾਏਗੀ। ਪਰ ਨਹੀਂ, ਇਹ ਨਾ ਗੁਰੂ ਕੋਲੇ ਜਾਵੇ, ਨਾ ਉਹਨੂੰ ਆਪਣਾ ਹੱਥ ਫੜਾਵੇ। ਬਸ ਆਹ ਪ੍ਰੋਬਲਮ ਹੈ। ਨਹੀਂ ਤਾਂ ਬਾਣੀ ਤਾਂ ਹੈ ਹੀ ਇਸੇ ਲਈ। ਬਾਣੀ ਤਾਂ ਸਾਨੂੰ ਟੋਇਆਂ 'ਚੋਂ ਕੱਢਣ ਲਈ ਹੈ, ਸਾਨੂੰ ਨਰਕ 'ਚੋਂ ਬਾਹਰ ਕੱਢਣ ਲਈ ਹੈ, ਸਾਨੂੰ ਗਰੀਬੀ 'ਚੋਂ ਬਾਹਰ ਕੱਢਣ ਲਈ ਹੈ। ਅਸੀਂ ਇਹਦਾ ਫਾਇਦਾ ਹੀ ਨਹੀਂ ਉਠਾਉਂਦੇ। ਹਾਂ, ਮੱਥੇ ਟੇਕੀ ਜਾਂਦੇ। ਇਹ ਸੌਖਾ ਕੰਮ ਹੈ ਨਾ, ਮੱਥਾ ਟੇਕਣਾ ਤਾਂ ਸੌਖਾ ਕੰਮ ਹੈ, ਮੰਨਣਾ ਔਖਾ ਹੈ।
ਹਾਲਾਤ ਤਾਂ ਮੰਨਣ ਤੋਂ ਬਾਅਦ ਬਦਲੇਗਾ। ਮੱਥੇ ਟੇਕਣਾ ਹਾਲਾਤ ਨਹੀਂ ਬਦਲਦੇ, ਮੱਥੇ ਟੇਕਣਾ ਹਾਲਾਤ ਨਹੀਂ ਬਦਲਿਆ ਕਰਦੇ, ਹਾਲਾਤ ਇਹ ਕੁਝ ਕਰਕੇ ਬਦਲਦੇ ਹਨ। ਗੁਰੂ ਨੂੰ ਮੱਥਾ ਟੇਕ ਦੇਣਾ ਸਾਡਾ ਹਾਲਤ ਨਹੀਂ ਬਦਲ ਜਾਏਗੀ, ਗੁਰੂ ਦੀ ਗੱਲ ਮੰਨ ਕੇ ਹੀ ਹਾਲਤ ਬਦਲੇਗੀ। ਜਿਉਂ-ਜਿਉਂ ਅਸੀਂ ਬਾਣੀ ਨੂੰ ਮੰਨੀ ਜਾਵਾਂਗੇ ਉਹਦੇ ਅਨੁਸਾਰ ਅਸੀਂ ਜੀਵਨ ਜਿਉਣਾ ਸ਼ੁਰੂ ਕਰ ਦਾਂਗੇ, ਸਾਡੀ ਬੈਡ ਲੱਕ ਗੁੱਡ ਲੱਕ ਬਦਲਣੀ ਸ਼ੁਰੂ ਹੋ ਜਾਏਗੀ। ਜੇ ਪਹਿਲੇ ਹੀ ਗੁੱਡ ਹੈ ਤਾਂ ਬੈਟਰ ਹੋ ਜਾਏਗੀ। ਇਸ ਲਈ ਇਹਦਾ ਲਾਭ ਉਠਾਉਣਾ ਹੈ। ਜ਼ਿੰਦਗੀ ਬਾਗ ਥੋੜ੍ਹੀ ਜਿਹੀ ਰਹਿ ਗਈ, ਸਾਡੇ ਵੇਲੇ ਦੇ 2-2.5 ਸਾਲ ਰਹਿ ਗਏ ਹੋਣੇ ਵੱਧ ਤੋਂ ਵੱਧ, ਪਤਾ ਨਹੀਂ 2.5 ਦਿਨ ਰਹੇ ਨੇ ਕਿ ਨਹੀਂ ਰਹੇ। ਜਿੰਨਾ ਕੁ ਸਮਾਂ ਬਾਕੀ ਰਹਿੰਦਾ ਹੈ, ਜਿਹੜੇ ਨੌਜਵਾਨ ਬੈਠੇ ਹੋਏ ਇਹ ਨਾ ਸਮਝੋ ਜੇ ਸਾਡੀ ਬੜੀ ਉਮਰ ਹੈ ਕੋਈ ਪਤਾ ਨਹੀਂ। ਗੁਰਬਾਣੀ ਕਹਿੰਦੀ ਅਸੀਂ ਆ ਫਸਲ ਅਤੇ ਕਿਸਾਨ ਦੀ ਮਰਜ਼ੀ ਹੈ, ਕੱਚੀ ਨੂੰ ਵੱਢ ਲਏ, ਡੱਡਰੀ ਨੂੰ ਵੱਢ ਲਏ, ਪੱਕੀ ਨੂੰ ਵੱਢ ਲਏ। ਬਚਪਨ 'ਚ ਅਸੀਂ ਮਰ ਸਕਦੇ ਹਾਂ, ਜਵਾਨੀ 'ਚ ਅਸੀਂ ਮਰ ਸਕਦੇ ਹਾਂ, ਬੁਢਾਪੇ 'ਚ ਅਸੀਂ ਮਰ ਸਕਦੇ, ਕੋਈ ਸਾਡਾ ਪਤਾ ਨਹੀਂ। ਕਿਸਾਨ ਦੀ ਮਰਜ਼ੀ ਹੈ ਕਦੋਂ ਫਸਲ ਵੱਢ ਲਏ। ਇਹ ਸਮਝਣਾ ਵੀ ਦੇਖੋ ਹਿੰਦੂ ਧਰਮ ਅਨੁਸਾਰ ਸ਼ਾਹਬਾਦ ਮਾਰਕੰਡਾ, ਰਿਸ਼ੀ ਮਾਰਕੰਡਾ ਕਹਿੰਦੇ 10 ਸਾਲ ਉਹਨੇ ਤਪੱਸਿਆ ਕੀਤੀ, 10,000 ਸਾਲ। ਰਿਸ਼ੀ ਮਾਰਕੰਡੇ ਨੇ 10,000 ਸਾਲ ਤਪੱਸਿਆ ਕੀਤੀ। ਉਹਨੇ 2-3 ਕੇ ਸਿਰ 'ਤੇ ਰੱਖੇ ਹੋਏ ਸਨ ਬਸ। ਕਿਸੇ ਨੇ ਕਿਹਾ ਰਿਸ਼ੀ ਜੀ ਕੋਈ ਝੌਂਪੜੀ ਪਾ ਲਓ, ਕਹਿੰਦਾ ਕੱਲ੍ਹ ਨੂੰ ਤਾਂ ਮਾਰੀ ਜਾਣਾ, ਝੌਂਪੜੀ ਪਾ ਕੀ ਕਰਨੀ। ਤਿਆਰ ਹੈ ਨਾ ਅਗਲਾ, ਪਤਾ ਨਹੀਂ ਕਦੇ ਕੱਲ੍ਹ ਨੂੰ ਜਿਉਣਾ ਕਿ ਨਹੀਂ ਜਿਉਣਾ, ਝੌਂਪੜੀ ਪਾ ਕੇ 10,000 ਸਾਲ ਬਿਨਾਂ ਝੌਂਪੜੀ ਦੇ ਹੀ ਗੁਜ਼ਾਰਾ ਕਰਤਾ। ਉਹਦੇ ਮਰਨ ਤੋਂ ਬਾਅਦ ਲੋਕਾਂ ਨੇ ਵਧੀਆ ਮੰਦਰ ਪਾਤਾ ਉੱਥੇ ਦਰਿਆ ਦੇ ਕੰਢੇ 'ਤੇ, ਕਦੇ ਜਾਂਦੇ ਹੋ ਗਏ। ਰਿਸ਼ੀ ਮਾਰਕੰਡ ਦਾ ਮੰਦਰ ਬਣਿਆ ਹੋਇਆ ਦਰਿਆ ਦੇ ਕੰਢੇ 'ਤੇ। ਜਿਉਂਦਿਆਂ ਜੀ ਉਹਨੇ ਤਿਨਕੇ ਰੱਖੇ। ਇਹ ਤਾਂ ਕੁਦਰਤੀ ਮੈਂ ਪੜ੍ਹਿਆ ਸੀ, ਬੜੇ ਸਾਲਾਂ ਦੀ ਗੱਲ ਹੈ। ਉਦੋਂ ਮੇਰੀ ਅਵਸਥਾ ਵੀ ਹੁਣ ਨਾਲ ਕਾਫੀ ਉੱਚੀ ਸੀ। ਮੈਂ ਕਾਰ 'ਚ ਬੈਠਾ ਸ਼ਾਹਬਾਦ ਨੂੰ ਜਾ ਰਿਹਾ, ਉੱਥੇ ਪ੍ਰੋਗਰਾਮ 'ਤੇ ਮੈਂ ਜਾਣਾ ਸੀ, ਆਪਣੇ ਸਤਸੰਗੀਆਂ ਦਾ ਉੱਥੇ ਪ੍ਰੋਗਰਾਮ ਸੀ। ਅਗਲੀ ਖੱਬੀ ਸੀਟ 'ਤੇ ਬੈਠਾ, ਮੇਰਾ ਪਾਠ ਰਹਿੰਦਾ ਸੀ, ਮੈਂ ਨਾਲ ਨਾਲ ਪਾਠ ਕਰਦਾ ਜਾਂਦਾ। ਅਚਾਨਕ ਗੇਠਕ ਦਾ ਰਿਸ਼ੀ ਅੰਦਰ ਆ ਗਿਆ, ਉਹ ਸਾਹਮਣੇ ਆ ਕੇ ਖੜ ਗਿਆ। ਮੈਂ ਕੀ ਦੇਖਿਆ ਵੀ ਇਹਦੇ ਸਿਰ 'ਤੇ ਤਿਨਕੇ ਨੇ। ਮੈਂ ਕਿਤੇ ਬਾਹਰ ਦੇਖਿਆ, ਮੈਂ ਤਾਂ ਮਾਰਕੰਡਾ ਤੋਂ ਲੰਘ ਰਿਹਾ, ਇਹ ਤਾਂ ਰਿਸ਼ੀ ਮਾਰਕੰਡੇ ਹੈ, ਇਹ ਤਾਂ ਰਿਸ਼ੀ ਮਾਰਕੰਡੇ। ਜਦੋਂ ਦਰਿਆ ਸਾਡੀ ਕਾਰ ਟੱਪ ਗਈ, ਉਹ ਕਾਰ 'ਚੋਂ ਨਿਕਲ ਗਏ। ਪਹਿਚਾਣ ਮੈਨੂੰ ਤਾਂ ਆਈ ਕਿਉਂਕਿ ਮੈਂ ਪੜ੍ਹਿਆ ਸੀ ਉਹਦੇ ਸਿਰ 'ਤੇ ਤਿਨਕੇ ਸਨ, ਅਤੇ ਉਹ ਜਦੋਂ ਅੰਦਰ ਆਏ ਗਿੱਠ ਦੇ ਬਣ ਕੇ, ਅੰਦਰ ਸਿਰ 'ਤੇ ਤਿਨਕੇ ਹੀ ਸਨ ਉਹਨਾਂ ਦੇ। ਆਉਂਦਿਆਂ ਮੈਂ ਕਿਹਾ ਵੀ ਜੇ ਆਏ ਨਾ ਮੈਂ ਉਹਨੂੰ ਇਨਵਾਈਟ ਕਰਾਂਗਾ। ਆਉਂਦਿਆਂ ਵਾਪਸ ਆ ਰਿਹਾ ਸੀ, ਉਹ ਫਿਰ ਮੇਰੀ ਕਾਰ 'ਚ ਚੜ੍ਹ ਗਏ। ਮੈਂ ਕਿਹਾ ਮਹਾਰਾਜ ਜੀ ਵੀ ਅਸੀਂ ਨਾ ਪਰਸੋਂ ਨੂੰ ਅਖੰਡ ਪਾਠ ਰੱਖਣਾ, ਐਤਵਾਰ ਭੋਗ ਪੈਣਾ, ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਕੀਰਤਨ ਹੈ, ਤੁਸੀਂ ਕਿਰਪਾ ਕਰਿਓ ਵੀ ਸਾਡੇ ਆਇਓ। ਉਹ ਬੋਲੇ ਵੀ ਮੈਨੂੰ ਯਾਦ ਕਰ ਲਿਓ, ਮੈਂ ਆ ਜਾਵਾਂਗਾ। ਮੈਂ ਚੈੱਕ ਕਰਾਂ, ਜ਼ਰੂਰ ਕਰਾਂਗਾ। ਅਖੀਰਲਾ ਸ਼ਬਦ ਪ੍ਰੋਫੈਸਰ ਸਾਹਿਬ ਗਾਰੋ ਇੱਥੇ ਹੀ ਪ੍ਰੋਗਰਾਮ ਹੁੰਦਾ ਸੀ। ਅਚਾਨਕ ਮੈਨੂੰ ਯਾਦ ਆ ਗਿਆ ਵੀ ਮੈਂ ਤਾਂ ਰਿਸ਼ੀ ਜੀ ਨੂੰ ਬੁਲਾਉਣਾ ਹੀ ਭੁੱਲ ਗਿਆ। ਮੈਂ ਉਹਨੇ ਕਿਹਾ ਮਹਾਰਾਜ ਜੀ ਵੀ ਬਸ ਨਾ ਹੁਣ ਅਰਦਾਸ ਹੋਣ ਹੀ ਵਾਲੀ ਹੈ, ਵੀ ਫਟਾਫਟ ਪਹੁੰਚੋ। ਬਸ ਵਜੇ ਇੰਨੀ ਕਿਹਾ ਅਤੇ ਆ ਗਏ। ਫਿਰ ਤਾਂ ਪੂਰੇ ਬੰਦੇ ਜਿੰਨੇ ਸਨ, ਪਤਲੇ ਪਤੰਗ ਵਿਚਾਰੇ, ਹੱਡੀਆਂ ਦੀ ਮੁੱਠ, ਪਰ ਲੰਗੋਟੀ ਬੰਨੀ ਹੋਈ ਹੈ ਸਿਰ 'ਤੇ, ਉਸ 'ਤੇ ਤਿਨਕੇ ਨੇ। ਉਹ 2 ਮਿੰਟ ਬੈਠੇ, ਫਿਰ ਮੈਨੂੰ ਇਸ਼ਾਰਾ ਕੀਤਾ ਉਹਨੇ ਵੀ ਮੈਂ ਜਾ ਰਿਹਾ ਹਾਂ। ਮੈਂ ਤੁਹਾਡਾ ਬੜਾ ਬੜਾ ਧੰਨਵਾਦ ਜੀ, ਤੁਸੀਂ ਆਏ ਹੋ ਜੀ। ਹਾਂ, ਸੋ ਉਹ ਕਹਿੰਦੇ ਦੇਖ, ਫਿਰ ਮੈਂ ਹੈਰਾਨ ਵੀ ਬੰਦਾ 10,000 ਸਾਲ ਤਪੱਸਿਆ ਕਰਦਾ ਰਿਹਾ ਹੈ, ਇਹ ਤਿਆਰ ਹੈ ਵੀ ਪਤਾ ਨਹੀਂ ਕਦੋਂ ਅੰਤਮ ਸਮਾਂ ਆ ਜਾਏ, ਕੀ ਲੋੜ ਹੈ ਇੰਨੇ ਅਡੰਬਰ ਕਰਨ ਦੀ ਲੱਗੇ। ਸਾਡਾ ਸਾਰੀ ਉਮਰ ਅਡੰਬਰਾਂ 'ਚ ਹੀ ਲੰਘ ਜਾਂਦਾ, ਸਾਨੂੰ ਵੇਲ ਹੀ ਨਹੀਂ ਮਿਲਦੀ ਨਾਮ ਜਪਣ ਦੀ। ਸੋ ਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਨਜ਼ਰ ਕਰੇ ਤਿਸ ਦੇਵੈ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਇਹ ਕੀਰਤ ਸਿਫਤ ਸਲਾਹ ਦੀ ਬਖਸ਼ਿਸ਼ ਕਰਦਾ ਹੈ। ਨਾਨਕ ਗੁਰਮੁਖ ਰਤਨ ਸੋ ਲੇਵੈ, ਉਹ ਗੁਰੂ ਤੋਂ ਨਾਮ ਰੂਪੀ ਰਤਨ ਪ੍ਰਾਪਤ ਕਰਦਾ ਹੈ। ਪੌੜੀ
ਭਗਤਾਂ ਤੈ ਸੰਸਾਰੀ। ਖਿਆਲ ਰੱਖਣਾ, ਗੁਰਬਾਣੀ ਕਈ ਵਾਰੀ ਤੈ ਸ਼ਬਦ ਹੈ। ਕਿਤੇ ਇਹਦਾ ਅਰਥ ਹੈ ਤੂੰ, ਉਦੋਂ ਪੜ੍ਹਨੇ ਤੈਂ, ਉਦੋਂ ਪੜ੍ਹਨੇ ਤੈਂ, ਤੈਂ ਮੈਨੇ ਤੂੰ। ਜਿੱਥੇ ਦਾ ਅਰਥ ਹੈ ਨਾ ਅਤੇ, ਉੱਥੇ ਪੜ੍ਹਨਾ ਤੈ। ਕਈ ਵਾਰੀ ਬਾਣੀ 'ਚ ਆਉਂਦਾ, ਉਦੋਂ ਖਿਆਲ ਰੱਖਣਾ, ਕਈ ਵਾਰੀ ਭੁਲੇਖਾ ਪੈ ਜਾਂਦਾ, ਤੇਜ਼ੀ ਬੰਦੇ ਨੂੰ ਪਤਾ ਲੱਗਦਾ ਕਦੇ ਤੈ ਬੋਲ ਗਿਆ, ਕਦੇ ਤੈਂ ਬੋਲ ਗਿਆ। ਤੈ ਮੈਨੇ ਤੂੰ ਜਾਂ ਤੁਸੀਂ, ਤੈ ਮੈਨੇ ਅਤੇ। ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਕਰਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ। ਭਗਤ ਆਪੇ ਮੇਲਿਅਨ, ਜਿਨੀ ਸੱਚੋ ਸੱਚ ਕਮਾਇਆ। ਸੰਸਾਰੀ ਆਪ ਖੁਆਇਨ, ਜਿਨੇ ਕੂੜ ਬੋਲ ਬੋਲ ਬਿਖ ਖਾਇਆ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ਼ ਵਧਾਇਆ। ਇਹਨੂੰ ਵਿਸ਼ ਪੜ੍ਹਨਾ, ਜ਼ਹਿਰ। ਇਹ ਵਿਸ਼ੂ ਨਹੀਂ ਪੜ੍ਹਨਾ। ਕੱਲ੍ਹ ਹੀ ਮੈਂ ਤੁਹਾਨੂੰ ਦੱਸਿਆ ਸੀ, ਜਿਹੜਾ ਵਿਸ਼ ਸ਼ਬਦ ਹੈ ਇਹ ਸੰਸਕ੍ਰਿਤ ਦਾ ਹੈ, ਅਤੇ ਸੰਸਕ੍ਰਿਤ ਦੇ ਵਿੱਚ ਇਹ ਪੁਲਿੰਗ ਸ਼ਬਦ ਹੈ। ਪੁਲਿੰਗ ਹੋਣ ਕਰਕੇ ਗੁਰੂ ਮਹਾਰਾਜ ਗੁਰਬਾਣੀ ਦੇ ਨਿਯਮ ਅਨੁਸਾਰ ਉਹਦੇ ਹੇਠਾਂ ਔਂਕੜ ਲਾਇਆ ਹੋਇਆ ਵੀ ਇੱਕ ਵਚਨ 'ਤੇ ਪੁਲਿੰਗ ਜਿਹੜਾ ਹੁੰਦਾ ਹੈ ਗੁਰਬਾਣੀ 'ਚ, ਉਹ ਇਹਦੇ ਅਨੁਸਾਰ ਅਖੀਰਲੇ ਅੱਖਰ ਨੂੰ ਫਿਰ ਔਂਕੜ ਲੱਗਾ ਹੁੰਦਾ। ਉਹ ਬੋਲਣ ਲਈ ਨਹੀਂ ਹੁੰਦਾ, ਸਿਰਫ ਦੱਸਣ ਲਈ ਹੁੰਦਾ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ਼ ਵਧਾਇਆ। ਭਗਤ ਕਰਨ ਹਰ ਚਾਕਰੀ, ਜਿਨੀ ਅਣਦੇ ਨਾਮ ਧਿਆਇਆ। ਜੇ ਪੜੋਗੇ ਜਿੰਨੀ, ਅੜਗਾ ਜਿੰਨੀ ਤੈਨੂੰ ਚੀਜ਼ ਦੀ ਲੋੜ ਹੈ ਓਨੀ ਲੈ ਲਾ। ਇਹ ਜਿੰਨੀ ਦਾ ਭਾਵ ਹੈ ਜਿਨ੍ਹਾਂ ਨੇ, ਜਿਨੀ ਅਣਦੇ ਨਾਮ ਧਿਆਇਆ। ਦਾਸਨ ਦਾਸ ਹੋਏ ਕਹਿ, ਜਿਨੇ ਵਿੱਚੋਂ ਆਪ ਗਵਾਇਆ। ਉਹਨਾਂ, ਜੇ ਪੜੋਗੇ ਉਹਨਾਂ, ਜਿੰਨਾ ਤੈਨੂੰ ਚਾਹੀਦਾ ਉਹਨਾਂ ਲੈ ਲਾ। ਉਹਨਾਂ ਨੇ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚੇ ਸ਼ਬਦ ਸੁਹਾਇਆ। ਭਗਤਾਂ ਤੈ ਸੰਸਾਰੀ, ਭਗਤਾਂ ਦਾ ਅਤੇ ਸੰਸਾਰੀਆਂ ਦਾ ਜੋੜ ਕਦੇ ਨਾ ਆਇਆ, ਸੁਭਾਅ ਨਹੀਂ ਮੇਲ ਖਾਂਦਾ। ਭਗਤਾਂ ਅਤੇ ਸੰਸਾਰੀਆਂ ਦਾ ਸੁਭਾਅ ਨਹੀਂ ਮਿਲਿਆ ਕਰਦਾ। ਵੈਸ਼ਨੂਆਂ ਦਾ ਅਤੇ ਸ਼ਰਾਬ ਪੀਣ ਵਾਲਿਆਂ ਦਾ ਸੁਭਾਅ ਨਹੀਂ ਮਿਲਿਆ ਕਰਦਾ। ਭਗਤਾਂ ਦਾ ਸੁਭਾਅ ਹੋਰ ਹੈ, ਸੰਸਾਰੀਆਂ ਦਾ ਸੁਭਾਅ ਹੋਰ ਹੈ, ਇਸ ਲਈ ਦਾ ਸੁਭਾਅ ਹੀ ਨਹੀਂ ਮਿਲਦਾ। ਕਰਤਾ ਆਪ ਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ। ਪਰਮਾਤਮਾ ਤੇ ਭੁੱਲ ਹੈ। ਕਈ ਵਾਰੀ ਵਾਲਾ ਕਹਿੰਦੇ ਨਹੀਂ ਯਾਰ ਐ ਨਹੀਂ ਸੀ ਹੋਣਾ ਚਾਹੀਦਾ, ਪਰਮਾਤਮਾ ਬੜਾ ਮਾੜਾ ਕੀਤਾ ਜੋ, ਨਹੀਂ, ਉਹ ਤੇ ਭੁੱਲ ਹੈ। ਉਹ ਕਿਵੇਂ ਗਲਤੀ ਕਰ ਸਕਦਾ ਹੈ? ਉਹ ਕਿਸੇ ਦੇ ਭੁਲਾਇਆ ਵੀ ਨਹੀਂ ਭੁੱਲਦਾ। ਜਿਹੜੇ ਭੁਲਾਉਣ ਦੀ ਕੋਸ਼ਿਸ਼ ਕਰੇ ਨਾ, ਉਹ ਤਾਂ ਜਾਣੀ ਜਾਣ, ਉਹ ਕਿਸੇ ਭੁਲਾਇਆ ਵੀ ਨਹੀਂ ਭੁੱਲਦਾ ਹੈ। ਭਗਤ ਆਪੇ ਮੇਲਿਅਨ, ਜਿਨੀ ਸੱਚੋ ਸੱਚ ਕਮਾਇਆ। ਉਹ ਭਗਤਾਂ ਨੂੰ ਆਪਣੇ ਨਾਲ ਮਿਲਾ ਲੈਂਦਾ, ਕਿਉਂਕਿ ਭਗਤਾਂ ਨੇ ਸੱਚੋ ਸੱਚ ਕਮਾਇਆ, ਭਾਵ ਨਾਮ ਦੀ ਕਮਾਈ ਕੀਤੀ ਹੁੰਦੀ ਹੈ। ਭਗਤ ਬਣਦਾ ਹੀ ਉਦੋਂ ਹੈ। ਪਰਮਾਤਮਾ ਨਾਮ ਜਪੀ ਜਾਂਦੇ ਨੇ, ਦਿਨ ਰਾਤ ਜਪੀ ਜਾਂਦੇ ਨੇ, ਜਪੀ ਜਾਂਦੇ ਨੇ, ਜਪੀ ਜਾਂਦੇ ਨੇ। ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਉਹਦੇ ਉਹ ਸੰਤ ਹੋ ਜਾਂਦੇ ਨੇ, ਉਹਦੇ ਉਹ ਭਗਤ ਹੋ ਜਾਂਦੇ। ਭਗਤ ਆਪੇ ਮੇਲਿਅਨ, ਜਿਨੀ ਸੱਚੋ ਸੱਚ ਕਮਾਇਆ। ਜਿਨ੍ਹਾਂ ਭਗਤਾਂ ਨੇ ਸੱਚ ਦੀ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ, ਪਰਮਾਤਮਾ ਆਪੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੰਸਾਰੀ ਆਪ ਖੁਆਇਨ, ਖੁਆਇਨ ਦਾ ਭੁਲਾ ਦੇਣਾ। ਸੰਸਾਰੀਆਂ ਨੂੰ ਪਰਮਾਤਮਾ ਆਪ ਹੀ ਭੁਲਾਉਂਦਾ, ਆਪ ਹੀ ਦੂਜੇ ਪਾਸੇ ਲਾਉਂਦਾ। ਜਿਨੇ ਕੂੜ ਬੋਲ ਬੋਲ ਬਿਖ ਖਾਇਆ। ਜਿਨ੍ਹਾਂ ਸੰਸਾਰੀਆਂ ਨੇ ਝੂਠ ਬੋਲ ਬੋਲ ਕੇ ਹਰਾਮ ਦੀ ਕਮਾਈ ਬਿਖ, ਹਰਾਮ ਦੀ ਕਮਾਈ ਖਾਧੀ, ਪਰਮਾਤਮਾ ਉਹਨੂੰ ਆਪਣੇ ਵੱਲੋਂ ਖੁੰਝਾਉਂਦਾ, ਦੂਜੇ ਪਾਸੇ ਲਾਉਂਦਾ। ਚਲੋ ਜਿਵੇਂ ਆਪਾਂ ਰਾਹ ਜਾ ਰਹੀ ਹੈ ਅਤੇ ਅੱਗੇ ਦੋ ਰਾਹ ਫੜ ਜਾਣ ਅਤੇ ਆਪਾਂ ਨੂੰ ਕੋਈ ਦੱਸਣ ਵਾਲਾ ਨਾ ਹੋਵੇ, ਆਪਾਂ ਗਲਤ ਰਾਹ 'ਤੇ ਵੀ ਜਾ ਸਕਦੇ ਹਾਂ। ਇਸ ਤਰ੍ਹਾਂ ਪਰ ਸੰਸਾਰੀਆਂ ਨੂੰ ਪਰਮਾਤਮਾ ਆਪ ਹੀ ਇਸ ਪਾਸੇ ਖੁੰਝਾਉਂਦਾ, ਭੁਲਾਉਂਦਾ ਹੈ, ਦੂਜੇ ਪਾਸੇ ਲਾ ਦਿੰਦਾ।
ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ਼ ਵਧਾਇਆ। ਉਹਨਾਂ ਨੇ ਇਹ ਤਾਂ ਗਿਆਨ ਹੀ ਨਹੀਂ ਕਿ ਅਸੀਂ ਤੋਂ ਚਲੇ ਜਾਣਾ ਹੈ। ਚੱਲਣ ਸਾਰ ਨਾ ਜਾਣ, ਉਹਨਾਂ ਦਾ ਸਾਰ ਹੀ ਨਹੀਂ, ਉਹਨਾਂ ਨੂੰ ਤਾਂ ਗਿਆਨ ਹੀ ਨਹੀਂ ਕਿ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ। ਕਾਮ ਕ੍ਰੋਧ ਵਿਸ਼ ਵਧਾਇਆ, ਉਹ ਤਾਂ ਕਾਮ ਕ੍ਰੋਧ ਦੀ ਜ਼ਹਿਰ 'ਚ ਵਾਧਾ ਕਰਦੇ ਨੇ। ਆਪਣੇ ਅੰਦਰ ਕਾਮ ਨੂੰ ਵਧਾ ਲੈਂਦੇ ਨੇ, ਆਪਣੇ ਅੰਦਰ ਕ੍ਰੋਧ ਨੂੰ ਵਧਾ ਲੈਂਦੇ। ਜਿੰਨੀ ਜ਼ਿਆਦਾ ਹਉਮੈ ਹੋਏਗੀ ਉਹਨਾਂ ਜ਼ਿਆਦਾ ਕ੍ਰੋਧ ਬੰਦੇ 'ਚ ਆਵੇਗਾ। ਜਿਹੜੇ ਭਗਤ ਹੁੰਦੇ ਨੇ, ਜਿਹੜੇ ਬ੍ਰਹਮ ਗਿਆਨੀ ਹੁੰਦੇ, ਉਹਨਾਂ ਨੂੰ ਕ੍ਰੋਧ ਆਉਂਦਾ। ਕ੍ਰੋਧ ਕਦੋਂ ਆਉਂਦਾ? ਜਦੋਂ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ। ਮੰਨ ਲਓ ਮੈਨੂੰ ਕਿਸੇ ਨੇ ਕੋਈ ਅਪਸ਼ਬਦ ਬੋਲਤੇ, ਅਗਰ ਮੇਰੇ ਅੰਦਰ ਹਉਮੈ ਹੈ ਤਾਂ ਉਹਨੂੰ ਸੱਟ ਵੱਜੇਗੀ, ਅਤੇ ਮੈਂ ਉਹਨੂੰ ਕਹਾਂਗਾ ਤੂੰ ਕੌਣ ਹੈ ਮੈਨੂੰ ਐਂ ਕਹਿਣ ਵਾਲਾ। ਅਤੇ ਜੇ ਅੰਦਰ ਹਉਮੈ ਨਹੀਂ ਹੈ ਤਾਂ ਫਿਰ ਮੈਂ ਕਹਾਂ ਇਹ ਤਾਂ ਸੰਸਾਰ ਹੈ ਭਾਈ, ਸਾਰਿਆਂ ਨੂੰ ਕੋਈ ਵਡਿਆਉਣਾ ਥੋੜ੍ਹੇ ਹੈ, ਕੋਈ ਨਿੰਦਿਆ ਕਰ ਗਿਆ, ਕੋਈ ਵਡਿਆਈ ਕਰ ਗਿਆ, ਇਹ ਤਾਂ ਸੰਸਾਰ ਹੈ, ਐਂ ਚਲੀ ਜਾਂਦਾ। ਹਾਲਾਂਕਿ ਸੰਵਿਧਾਨ 'ਚ ਲਿਖਿਆ ਹੈ ਕਿ ਹਰ ਬੰਦੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। 37 ਸਾਲ ਦੇ ਵਿੱਚ 27 ਸਾਲ ਮੈਂ ਸੰਵਿਧਾਨ ਪੜ੍ਹਾਇਆ, ਅਤੇ ਉਹਦੇ ਪਹਿਲੀ ਗੱਲ ਇਹ ਹੈ ਕਿ ਭਾਰਤ ਦੇ ਹਰ ਇੱਕ ਵਿਅਕਤੀ ਨੂੰ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਜਾਂ ਮੂੰਹ ਜ਼ਬਾਨੀ ਪ੍ਰਗਟ ਕਰਨ ਦਾ ਅਧਿਕਾਰ ਹੈ। ਪਰ ਸਾਡਾ ਉਹ ਅਧਿਕਾਰ ਵੀ ਖੋਇਆ ਜਾ ਰਿਹਾ। ਵੀ ਤੁਸੀਂ ਕਿਉਂ ਐਂ ਕਿਹਾ ਜੀ? ਅਸੀਂ ਆਪਣੇ ਵਿਰੁੱਧ ਕੁਝ ਸੁਣਨ ਲਈ ਤਿਆਰ ਹੀ ਨਹੀਂ ਹੁੰਦੇ, ਅੱਗ ਭਗੋਲੇ ਹੋ ਜਾਂਦੇ ਹਾਂ। ਜੇ ਸਾਡੇ ਕੋਲ ਪਾਵਰ ਹੋਵੇ ਤਾਂ ਉਹਨੂੰ ਚੱਕ ਕੇ ਅਸੀਂ ਅੰਦਰ ਕਰ ਦਿੰਦੇ ਹਾਂ। ਜੇ ਸਾਡੇ ਸਰੀਰਕ ਤਾਕਤ ਹੈ ਅਸੀਂ ਉਹਦਾ ਕਟਾਪਾ ਕਰ ਦਿੰਦੇ। ਜੇ ਸਾਡੇ ਕੋਲ ਰਾਜ ਹੈ ਅਸੀਂ ਚੱਕ ਉਹਨੂੰ ਜੇਲ੍ਹ 'ਚ ਡੱਕ ਦਿੰਦੇ। ਅਸੀਂ ਉਹਦੇ ਵਿਚਾਰ, ਕਿਉਂਕਿ ਸਾਡੇ ਵਿਰੁੱਧ ਉਹਦੇ ਵਿਚਾਰ ਨੇ, ਅਸੀਂ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵਿਚਾਰ ਪ੍ਰਗਟਣ ਦਾ ਅਧਿਕਾਰ ਹੈ ਤਾਂ ਦੂਸਰੇ ਨੂੰ ਵੀ ਸਾਡੇ ਵਿਰੁੱਧ ਵਿਚਾਰ ਪ੍ਰਗਟਣ ਦਾ ਅਧਿਕਾਰ ਹੈ। ਅਸੀਂ ਇਹ ਤਾਂ ਚਾਹੁੰਦੇ ਹਾਂ ਵੀ ਹਾਂ ਅਸੀਂ ਤਾਂ ਦੂਜੇ ਦੀ ਨਿੰਦਿਆ ਵੀ ਕਰ ਸਕੀਏ, ਦੂਜੇ ਦੇ ਵਿਰੁੱਧ ਵੀ ਬੋਲ ਸਕੀਏ। ਦੂਜਾ ਜਦੋਂ ਸਾਡੇ ਵਿਰੁੱਧ ਬੋਲਦਾ ਫਿਰ ਸਾਨੂੰ ਅੱਗ ਲੱਗਦੀ ਹੈ, ਫਿਰ ਅੱਗ ਲੱਗਦੀ ਹੈ। ਉਦੋਂ ਅਸੀਂ ਗੱਲ ਭੁੱਲ ਜਾਂਦੇ। ਜਦੋਂ ਆਪਣੀ ਗੱਲ ਕਹਿਣੀ ਹੁੰਦੀ ਉਦੋਂ ਸੰਵਿਧਾਨ ਯਾਦ ਹੈ। ਹਰ ਇੱਕ ਬੰਦੇ ਨੂੰ ਜੀ ਬੋਲਣ ਦਾ ਅਧਿਕਾਰ ਹੈ, ਅਤੇ ਤੁਸੀਂ ਵੀ ਪੜ੍ਹਿਆ ਹੋਇਆ। ਉਹ ਲਿਖਤੀ ਵੀ ਵਿਚਾਰ ਪ੍ਰਗਟ ਕਰ ਸਕਦਾ ਹੈ, ਮੂੰਹ ਜ਼ਬਾਨੀ ਵੀ ਪ੍ਰਗਟ ਕਰ ਸਕਦਾ ਹੈ। ਅਧਿਕਾਰ ਹੈ ਹਰ ਇੱਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ। ਜਦੋਂ ਫਿਰ ਕੋਈ ਸਾਡੇ ਵਿਰੁੱਧ ਬੋਲਦਾ ਉਦੋਂ ਵੀ ਸਾਨੂੰ ਆਰਾਮ ਨਾਲ ਉਹਦੀ ਗੱਲ ਸੁਣਨੀ ਚਾਹੀਦੀ। ਅੱਗ ਭਗੋਲੇ ਨਹੀਂ ਹੋ ਜਾਣਾ ਚਾਹੀਦਾ। ਉਸ ਤੋਂ ਬਦਲਾ ਲੈਣ ਦੀ ਭਾਵਨਾ ਨਹੀਂ ਕਿ ਇਹਨੇ ਮੈਨੂੰ ਐਂ ਕਿਉਂ ਕਿਹਾ। ਸਗੋਂ ਆਰਾਮ ਨਾਲ ਘਰ ਜਾ ਕੇ ਸੋਚੋ ਵੀ ਜੋ ਉਸਨੇ ਕਿਹਾ ਕੀ ਉਹ ਠੀਕ ਹੈ ਕਿ ਗਲਤ ਹੈ। ਜੇ ਠੀਕ ਉਹਨੇ ਕਿਹਾ ਫਿਰ ਆਪਣੇ ਸੁਧਾਰ ਕਰ ਲਓ। ਜੇ ਉਹਨੇ ਗਲਤ ਕਿਹਾ ਤਾਂ ਫਿਰ ਕਹੋ ਇਹ ਤਾਂ ਸੰਸਾਰ ਹੈ, ਇਹਨੇ ਤਾਂ ਗੁਰੂ ਨਾਨਕ ਨੂੰ ਨਹੀਂ ਛੱਡਿਆ, ਮੈਂ ਕਿਹਦਾ ਵਿਚਾਰਾ। ਲੋਕਾਂ ਤਾਂ ਗੁਰੂ ਨਾਨਕ ਨੂੰ ਨਹੀਂ ਛੱਡਿਆ, ਅਸੀਂ ਕਿਹਦੇ ਵਿਚਾਰੇ। ਸੋ ਇਸ ਲਈ ਜਿੱਥੇ ਅਸੀਂ ਕਿਸੇ ਦੇ ਵਿਰੁੱਧ ਸ਼ਬਦ ਬੋਲਦੇ ਨੇ, ਫਿਰ ਜੇ ਕੋਈ ਸਾਡੇ ਵਿਰੁੱਧ ਬੋਲਦਾ ਉਹ ਵੀ ਸਾਨੂੰ ਸਹਿਣ ਕਰਨੇ ਪੈਣਗੇ। ਅਤੇ ਜੇ ਸਾਡੇ 'ਚ ਸਹਿਣ ਸ਼ਕਤੀ ਨਹੀਂ, ਫਿਰ ਆਪ ਜੀ ਨੂੰ ਬੇਨਤੀ ਹੈ ਕਿਸੇ ਦੀ ਨਿੰਦਿਆ ਕਰਨ ਦੀ ਵੀ ਲੋੜ ਨਹੀਂ। ਕਿਉਂਕਿ ਜੇ ਅਸੀਂ ਆਪਣੀ ਨਿੰਦਿਆ ਨਹੀਂ ਸਹਿਣ ਕਰ ਸਕਦੇ, ਫਿਰ ਦੂਜਾ ਕਿਵੇਂ ਸਹਿਣ ਕਰੇਗਾ? ਫਿਰ ਉਹ ਸਾਡੇ ਨਾਲ ਲੜੇਗਾ। ਫਿਰ ਇਸ ਆਪਣਾ ਚੁੱਪ ਰਹੋ ਬਸ। ਸੋ ਗੁਰੂ ਮਹਾਰਾਜ ਕਹਿੰਦੇ ਚੱਲਣ ਸਾਰ ਨਾ ਜਾਣਨੀ, ਇਹਨਾਂ ਦਾ ਗਿਆਨ ਹੀ ਨਹੀਂ ਕਿ ਅਸੀਂ ਤਾਂ ਮਰ ਜਾਣਾ ਕੱਲ੍ਹ ਨੂੰ। ਇਸ ਲਈ ਕਾਮ ਕ੍ਰੋਧ ਦੀ ਜ਼ਹਿਰ ਆਪਣੇ ਅੰਦਰ ਵਧਾ ਲੈਂਦੇ ਨੇ, ਕਿਉਂ ਕਾਮ ਅਤੇ ਕ੍ਰੋਧ ਦੋਨੋਂ ਹੀ ਜ਼ਹਿਰ ਨੇ। ਜਿਵੇਂ ਆਪਾਂ ਜ਼ਹਿਰ ਖਾ ਲਈ ਤਾਂ ਸਰੀਰ ਦਾ ਨੁਕਸਾਨ ਹੋ ਜਾਂਦਾ, ਕਾਮ ਅਤੇ ਕ੍ਰੋਧ ਦੋਨੋਂ ਹੀ ਸਰੀਰ ਦਾ ਨੁਕਸਾਨ ਕਰਦੇ ਨੇ। ਭਗਤ ਕਰਨ ਹਰ ਚਾਕਰੀ, ਜਿਨੀ ਅਣਦਿਨ ਨਾਮ ਧਿਆਇਆ। ਉਹ ਭਗਤ ਜਿਨ੍ਹਾਂ ਨੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ, ਉਹ ਪਰਮਾਤਮਾ ਦੀ ਚਾਕਰੀ ਕਰਦੇ ਨੇ, ਸੇਵਾ ਕਰਦੇ ਹਨ। ਅਸਲ ਉਹੀ ਪਰਮਾਤਮਾ ਦੇ ਸੇਵਕ ਨੇ ਜਿਹੜੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ ਹਨ। ਦਾਸਨ ਦਾਸ ਹੋਏ ਕਹਿ, ਜਿਨੇ ਵਿੱਚੋਂ ਆਪ ਗਵਾਏ। ਜਿਹੜੇ ਦਾਸਾਂ ਦੇ ਦਾਸ ਹੋ ਗਏ। ਕਈ ਵਾਰ ਅਸੀਂ ਦਾਸ ਨਹੀਂ ਬਣ ਸਕਦੇ, ਦਾਸ ਬਣਨਾ ਔਖਾ। ਚਲੋ ਜਿਹੜੇ ਦਾਸ ਨੇ ਉਹਨਾਂ ਦੇ ਅੱਗੇ ਦਾਸ ਹੋ ਜਾਓ। ਜਿਵੇਂ ਆਪਾਂ ਕਿਸੇ ਦਫ਼ਤਰ 'ਚ ਕੰਮ ਕਰਾਉਣਾ,
ਆਪਾਂ ਨੂੰ ਆਫੀਸਰ ਨਹੀਂ ਜਾਣਦਾ, ਪਰ ਆਪਾਂ ਨੂੰ ਪੀਐਨ ਜਾਣਦਾ। ਉਹਦੇ ਕੋਲੇ ਜਾਓ ਵੀ ਦੇਖ ਭਰਾਵਾ, ਤੇਰੇ ਬਿਨਾਂ ਮੈਂ ਨਹੀਂ ਇਸ ਦਫ਼ਤਰ ਕਿਸੇ ਨੂੰ ਜਾਣਦਾ, ਆਹ ਮੇਰਾ ਕੰਮ ਕਰਾਉਣਾ ਤੂੰ ਅਫਸਰ ਤੋਂ, ਜਿਵੇਂ ਮਰਜ਼ੀ ਹੈ ਭਰਾਵਾ ਕਰਾ, ਜੋ ਕਹੇਗਾ ਮੈਂ ਤੇਰੀ ਸੇਵਾ ਕਰ ਦਾਂਗਾ। ਅਤੇ ਪੀਐਨ ਦਾ ਵਾਹ ਅਤੇ ਅਫਸਰ ਰੋਜ਼ ਪੈਂਦਾ ਰਹਿੰਦਾ, ਪੀਰ ਗਏ ਜੀ ਮੇਰਾ ਚਾਚਾ ਜੀ, ਮੇਰਾ ਤਾਇਆ ਜੀ, ਮੇਰਾ ਫਲਾਣਾ ਜੀ, ਆਹ ਕਰ ਦਿਓ ਜੀ ਕੰਮ ਜੀ, ਆਹ ਕਰ ਦਿਓ ਜੀ, ਆਹ ਕਰ ਦਿਓ। ਕਹਿੰਦਾ ਉਹ ਕੰਮ ਕਰਾ ਲੈਂਦਾ ਤੁਹਾਡਾ। ਇਹ ਹੈ ਦਾਸਾਂ ਦੀ ਦਾਸ ਹੋ ਜਾਣਾ। ਪੀਐਨ ਅਫਸਰ ਦਾ ਦਾਸ ਹਨ, ਆਪਾਂ ਅੱਗੇ ਉਹਦੇ ਦਾਸ ਹੋ ਗਏ, ਕੰਮ ਹੋ ਜਾਏਗਾ। ਕਿਸੇ ਦਾ ਦਾਸ ਬਣ ਜਾਓ, ਕੰਮ ਤੁਹਾਡਾ ਹੋ ਜਾਏਗਾ। ਦਾਸਨ ਦਾਸ ਹੋਏ ਕਿ, ਅਤੇ ਦਾਸਾਂ ਦਾ ਦਾਸ ਹੋਣ ਵਿੱਚੋਂ ਹਉਮੈ ਖਤਮ ਕਰਨੀ ਪੈਣੀ। ਅਤੇ ਜੇ ਲੈ ਮੈਂ ਕਿਸੇ ਤੋਂ ਘੱਟ, ਫਿਰ ਨਹੀਂ ਅਸੀਂ ਦਾਸ ਹੋ ਸਕਦੇ। ਜੇ ਅੰਦਰ ਹੈ ਨਾ ਮੈਂ ਕਿਸੇ ਤੋਂ ਘੱਟ, ਫਿਰ ਦਾਸ ਹੋਣਾ ਔਖਾ ਹੈ। ਉਹ ਕਹਿੰਦੇ ਨੇ ਜਿਹਨੇ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਅੰਦਰ ਹਉਮੈ ਖਤਮ ਕਰ ਲਈ ਨਾ, ਉਹ ਫਿਰ ਦਾਸਾਂ ਦੇ ਦਾਸ ਹੁੰਦੇ ਨੇ, ਫਿਰ ਆਪਣੇ ਅੰਦਰ ਹਉਮੈ ਖਤਮ ਕਰ ਲੈਂਦੇ। ਉਹਨਾਂ ਖਸਮੇ ਕੈ ਦਰ ਮੁਖ ਉਜਲੇ, ਸੱਚਾ ਸ਼ਬਦ ਸੁਆਇਆ। ਉਹਨਾਂ ਦੇ ਪਰਮਾਤਮਾ ਦੇ ਦਰ 'ਤੇ ਮੁਖ ਉਜਲੇ ਹੁੰਦੇ ਨੇ। ਉਹ ਕਾਲੇ ਮੂੰਹ ਨਾਲ ਸੰਸਾਰ ਤੋਂ ਨਹੀਂ ਜਾਂਦੇ, ਉਹ ਉਜਲੇ ਮੁਖ ਨਾਲ ਸੰਸਾਰ ਤੋਂ ਜਾਂਦੇ ਹਨ। ਸੱਚਾ ਸ਼ਬਦ ਸੁਹਾਇਆ, ਸੱਚਾ ਦਾ ਪਰਮਾਤਮਾ ਦੇ ਸ਼ਬਦ ਨਾਮ ਨਾਲ ਉਹਨਾਂ ਦਾ ਜੀਵਨ ਸੁਹਾਵਣਾ ਹੋ ਗਿਆ ਹੁੰਦਾ ਹੈ। ਨਾਮ ਜਪਣ ਨਾਲ ਸਾਡਾ ਜੀਵਨ ਸੁਹਾਵਣਾ ਹੋ ਜਾਂਦਾ ਹੈ, ਅਤੇ ਉਹਨਾਂ ਦੇ ਇਸ ਲਈ ਮੁਖ ਉਜਲੇ ਨੇ। ਸ਼ਲੋਕ ਮਹਿਲਾ ਪਹਿਲਾ। ਸੁਬਾਹੀ ਸਾਲਾ, ਸੁਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ, ਸਈ ਪੂਰੇ ਸ਼ਾਹ ਵਖਤ ਉਪਰ ਲੜ ਮੁਏ, ਦੂਜੇ ਬਹੁਤੇ ਰਾਹ ਮਨ ਕੀਆਂ ਮਤੀ, ਤਤਨ ਪਿਆਰੀ ਬਿੰਦੀ। ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੈ, ਤੀਜੇ ਮੂੰਹੀਂ ਗਿਰਾ ਭੁੱਖ ਤਿਖਾਇਆ ਤਿਖਾ, ਭੁੱਖ ਤਿਖਾ ਦੋਏ ਭੌਂਕੀਆਂ। ਕਿਉਂਕਿ ਭੁੱਖ ਵੀ ਇਸਤਰੀ ਲਿੰਗ ਹੈ, ਤਿੱਖ ਪਿਆਸ ਵੀ ਇਸਤਰੀ ਲਿੰਗ ਹੈ, ਦੋਏ ਭੌਂਕੀਆਂ। ਤੀਜੇ ਮੂੰਹੀਂ ਗਿਰਾ ਭੁੱਖ ਤਿਖਾ ਦੋਏ ਭੌਂਕੀਆਂ, ਖਾਧਾ ਹੋਏ ਸੁਆ ਭੀ ਖਾਣੇ ਸਿਉ ਦੋਸਤੀ, ਚੌਥੇ ਆਈ ਊਂਗ ਅੱਖੀਂ ਮੀਟ ਪਵਾਰ ਗਿਆ। ਪਵਾਰ ਸੁਪਨੇ ਨੂੰ ਕਹਿੰਦੇ, ਅੱਖੀ ਮੀਟ ਪਵਾਰ ਗਿਆ। ਪੀ ਉਠ ਰਚਨ ਵਾਦ ਸਹਿ ਵਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਖਤ ਸਭ ਜੇ ਅੱਠੀਂ, ਠਠਣ ਪਿਆਰੀ ਬਿੰਦੀ। ਜੇ ਅੱਠੀਂ ਭਉ ਹੋਏ ਨਾਨਕ ਸਾਹਿਬ ਮਨ ਵਸੈ, ਸੱਚਾ ਨਾਮਣ ਹੋਏ। ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਕਰਦੇ ਨੇ, ਸਬਾਹੀ ਅੰਮ੍ਰਿਤ ਵੇਲੇ, ਸਵੇਰੇ ਸਵੇਰੇ। ਸਾਲਾ, ਸਬਾਹੀ ਸਾਲਾ ਜਿਨੀ ਧਿਆਇਆ ਇੱਕ ਮਨ। ਕਹਿੰਦੇ ਸਵੇਰੇ ਸਵੇਰੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਇਆ, ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਕੀ ਹੋ ਗਿਆ ਫਿਰ? ਸਹੀ ਪੂਰੇ ਸ਼ਾਹ। ਅਸਲ ਉਹ ਪੂਰੇ ਸ਼ਾਹੂਕਾਰ ਨੇ। ਵਕਤ ਹੈ ਉੱਪਰ ਲੜ ਮੂਏ, ਵਕਤ ਹੈ ਉੱਠਣ ਦਾ ਵੇਲਾ ਹੋ ਗਿਆ। ਅਲਾਰਮ ਲਾ ਲੈ ਕੇ, ਅਲਾਰਮ ਲਾ ਲਿਆ, ਅਲਾਰਮ ਬੰਦ ਕਰਤਾ, ਬਸ 2 ਮਿੰਟ ਹੋਰ ਪਹਿਲਾਂ ਮੈਂ ਫਿਰ ਦੁਬਾਰਾ ਸਮਝਦੇ ਨੇ ਉਹਦੀ ਪਹਿਲਾਂ ਘੰਟਾ ਲੱਗ ਗਿਆ। ਉਹ ਵਕਤ ਹੈ ਉੱਪਰ ਲੜ ਮੂਏ, ਉਹ ਜਿਹੜੀ ਆਲਸ ਹੈ, ਜੋ ਨੀਂਦ ਹੈ, ਉਸ ਨਾਲ ਲੜਾਈ ਕਰਦੇ ਨੇ। ਨੀਂਦ ਆਲਸ ਕਹਿੰਦੇ ਜੇ ਹੋਰ ਪੈ ਜਾ, ਉਹਨਾਂ ਨੇ ਹੁਣ ਨਾਮ ਜਪਣਾ ਹੈ। ਜਦੋਂ ਸਾਈਕੋਲੋਜੀ ਅਸੀਂ ਪੜ੍ਹਦੇ ਸੀ, ਕਹਿੰਦੇ ਹੁਣ ਤੁਸੀਂ ਪੜ੍ਹਾਈ ਕਰ ਰਹੇ ਹੋ, ਤੁਹਾਨੂੰ ਨੀਂਦ ਆ ਰਹੀ ਹੈ, ਪਰ ਅਜੇ ਤੁਸੀਂ ਜਾਗਣੇ, ਕੀ ਕਰੋ? ਕੀ ਕਰੋ? ਕਹਿੰਦੇ
ਪਹਿਲਾਂ ਤਾਂ ਲੰਮੇ ਲੰਮੇ 5-7 ਸਾਹ ਲਵੋ, ਜਿਹਨੂੰ ਪ੍ਰਾਣਾਯਾਮ ਕਹਿੰਦੇ। ਤੁਹਾਡੀ ਕੁਝ ਮਿੰਟਾਂ ਲਈ ਨੀਂਦ ਉੱਡ ਜਾਵੇਗੀ, ਫਿਰ ਲੱਗ ਜਾਓ ਪੜ੍ਹਨਾ। ਫਿਰ ਨੀਂਦ ਆਉਣ ਲੱਗੀ ਹੈ, ਉੱਠ ਕੇ ਪਾਣੀ ਦੇ 2 ਛਿੱਟੇ ਮਾਰ ਲਓ ਅੱਖਾਂ 'ਤੇ। ਕੁਝ ਸਮੇਂ ਲਈ ਤੁਹਾਡੀ ਨੀਂਦ ਉੱਡ ਜਾਏਗੀ, ਫਿਰ ਲੱਗ ਜਾਓ ਪੜ੍ਹਨਾ। ਫਿਰ ਨੀਂਦ ਆਉਣ ਲੱਗੀ ਹੈ, ਵਿਹੜੇ 'ਚ ਇੱਕ ਅੱਧਾ ਗੇੜਾ ਲਾ ਲਓ, ਤਾਜ਼ੀ ਹਵਾ ਲੱਗੇ, ਕੁਛ ਨੀਂਦ ਉੱਡ ਜਾਏਗੀ, ਫਿਰ ਅੱਖ ਲੱਗ ਪੜ। ਫਿਰ ਵੀ ਨੀਂਦ ਆਉਂਦੀ ਹੈ, ਭੁੱਜੇ ਛੋਲੇ ਕੋਲ ਕੌਲੀ 'ਚ ਰੱਖ ਲਓ, 2-4 ਚੱਬ ਲਓ, ਕਹਿ ਤੁਹਾਡੀ ਨੀਂਦ ਉੱਡ ਜਾਏਗੀ। ਫਿਰ ਨੀਂਦ, ਫਿਰ 2-4 ਛੋਲੇ ਚੱਬ ਲਓ। ਇੱਕ ਸਮਾਂ ਆਉਂਦਾ ਹੈ ਜਦੋਂ ਨੀਂਦ ਦਾ ਸਮਾਂ ਖਤਮ ਹੋ ਜਾਂਦਾ। ਇੱਕ ਸਮਾਂ ਜਦੋਂ ਨੀਂਦ ਆਉਂਦੀ ਹੈ, ਅਗਰ ਤੁਸੀਂ ਇੱਕ ਵਾਰੀ ਉਹ ਸਮਾਂ ਲੰਘਾਤਾ ਨਾ, ਫਿਰ ਭਾਵੇਂ ਕਈ ਘੰਟੇ ਤੁਸੀਂ ਜਾਗੀ ਜਾਓ। ਫਿਰ ਇਹ ਜਿਹੜੇ ਭੱਜ ਨਾ ਭਗਤੀ ਕਰਨੀ ਹੁੰਦੀ, ਕਹਿੰਦਾ ਵਕਤ ਹੈ ਉੱਪਰ ਲੜ, ਬਸ ਸਮੇਂ 'ਤੇ ਆ ਕੇ ਉਹ ਆਪਣੀ ਆਲਸ ਨਾਲ, ਆਪਣੀ ਨੀਂਦ ਨਾਲ ਲੜਾਈ ਕਰਦੇ ਹਨ। ਫਿਰ ਜਿਹੜਾ ਦੂਜਾ ਪਹਿਰ ਆਉਂਦਾ, ਇਹ ਤਾਂ ਪਹਿਲਾ ਪਹਿਰ ਸੀ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ। ਜਦੋਂ ਦੂਜਾ ਪਹਿਰ ਆਉਂਦਾ, ਦਿਨ ਚੜ੍ਹ ਗਿਆ ਪੂਰਾ, ਫਿਰ ਕੀ ਹੁੰਦਾ, ਮਨ ਦੀਆਂ ਮੱਤਾਂ ਖਿੰਡਦੀਆਂ ਨੇ, ਮਨ ਦੇ ਵਿਚਾਰ ਖਿੰਡਦੇ ਨੇ। ਇਸ ਲਈ ਸੰਸਾਰ ਦੇ ਵਿੱਚ ਜਿਹੜੇ ਵੀ ਭਜਨ ਬੰਦਗੀ ਕਰਨ ਵਾਲੇ ਨੇ, ਉਹ ਅੰਮ੍ਰਿਤ ਵੇਲੇ ਹੀ ਕਰਦੇ ਹਨ। ਉਹਦੇ ਕੀ ਫਾਇਦਾ ਹੈ ਕਿ ਸਾਰੇ ਸੰਸਾਰ 'ਚ ਉਸ ਵੇਲੇ ਨਾਮ ਜਪਣ ਵਾਲੇ ਜਾਗਦੇ ਨੇ, ਸੰਸਾਰੀ ਸੁੱਤੇ ਹੋਏ ਨੇ। ਜਦੋਂ ਦਿਨ ਚੜ੍ਹਦਾ, ਸੰਸਾਰੀਆਂ ਦੀਆਂ ਵੇਵਜ਼ ਆ ਕੇ ਸਾਨੂੰ ਟਕਰਾਉਂਦੀਆਂ, ਸਾਨੂੰ ਰੱਬ ਹੀ ਭੁਲਾਉਂਦੀ। ਅੰਮ੍ਰਿਤ ਵੇਲੇ ਸਾਰੇ ਸੰਸਾਰੀ ਸੁੱਤੇ ਹੁੰਦੇ ਨੇ, ਸਿਰਫ ਭਗਤੀ ਕਰਨ ਵਾਲੇ ਜਾਗਦੇ ਨੇ। ਉਹ ਭਗਤੀ ਨੇ ਵੇਵਜ਼ ਸਾਰੇ ਆਕਾਸ਼ 'ਚ ਫੈਲਦੀਆਂ ਨੇ, ਸਾਰੇ ਵਾਤਾਵਰਨ 'ਚ ਭਗਤੀ ਦੀਆਂ ਲਹਿਰਾਂ ਫੈਲ ਜਾਂਦੀਆਂ। ਉਹ ਲਹਿਰਾਂ ਆ ਕੇ ਜੋ ਸਾਨੂੰ ਟਕਰਾਉਂਦੀਆਂ ਨੇ, ਸਾਡੀ ਭਗਤੀ ਜ਼ਿਆਦਾ ਵੱਧਦੀ ਉਸ ਵੇਲੇ। ਇਹੀ ਕਰ ਰਹੇ ਜੇ ਤੁਸੀਂ ਸਤਸੰਗ 'ਚ ਆਉਂਦੇ ਹੋ। ਘਰ ਬੈਠ ਕੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹੋ, ਪਰ ਨਹੀਂ, ਜੇ ਕਿਤੇ ਸਤ ਸੰਗਤ 'ਚ ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਫਿਰ ਇੱਥੇ ਆ ਕੇ ਕਰੋ ਤੁਸੀਂ, ਫਿਰ ਤੁਹਾਨੂੰ ਹੋਰ ਹੀ ਆਨੰਦ ਆਵੇਗਾ। ਕਿਉਂ? ਹਰ ਇੱਕ ਦੇ ਵਿੱਚੋਂ ਨਾਮ ਦੀਆਂ ਲਹਿਰਾਂ ਨਿਕਲ ਰਹੀਆਂ ਹਨ। ਤੁਸੀਂ ਨਾਮ ਜਪ ਰਹੇ ਹੋ, ਤੁਹਾਡੀ ਲਹਿਰਾਂ ਮੈਨੂੰ ਟਕਰਾ ਰਹੀ ਹੈ, ਮੈਂ ਨਾਮ ਜਪ ਰਿਹਾ, ਮੇਰੀ ਲਹਿਰਾਂ ਤੁਹਾਨੂੰ ਟਕਰਾ ਰਹੀਆਂ ਹਨ। ਇਸ ਲਈ ਅਵਸਥਾ ਫਿਰ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਤਾਂ ਅੰਮ੍ਰਿਤ ਵੇਲੇ ਸਾਰੇ ਜਿਹੜੇ ਭਗਤ ਨੇ ਸੰਸਾਰ ਦੇ, ਚਾਹੇ ਉਹ ਕਿਸੇ ਵੀ ਧਰਮ ਦੇ ਨੇ, ਮੁਸਲਮਾਨਾਂ ਨੂੰ ਵੀ ਉੱਠ ਫਰੀਦਾ ਉਜ਼ੂ ਸਾਜ਼ ਸੁਬਹ ਨਿਵਾਜ਼ ਗੁਜ਼ਾਰ। ਵੀ ਸਵੇਰ ਹੋ ਗਈ, ਉੱਠ ਉਜ਼ੂ ਸਾਜ਼, ਪੰਜ ਇਸ਼ਨਾਨਾ ਕਰ, ਸੁਬਹ ਨਿਵਾਜ਼ ਗੁਜ਼ਾਰ, ਅਤੇ ਸਵੇਰ ਦੀ ਨਮਾਜ਼ ਪੜ੍ਹ, ਉੱਠ ਕੇ ਸੁੱਤਾ ਪਿਆ। ਤਾਂ ਸਾਰੇ ਧਰਮਾਂ 'ਚ ਅੰਮ੍ਰਿਤ ਵੇਲੇ ਉੱਠਣ ਦੀ ਹਦਾਇਤ ਹੈ। ਹਾਂ, ਆਪਾਂ ਉੱਠੀਏ ਨਾ ਉੱਠੀਏ, ਗੱਲ ਵੱਖਰੀ ਹੈ। ਅਤੇ ਜੇ ਭਾਈ ਨੀਂਦ ਆਵੇ ਤਾਂ ਫਿਰ ਉਹ ਸਾਡੀ ਸਾਈਕੋਲੋਜੀ ਸਾਨੂੰ, ਜਦੋਂ ਮੈਂ B.Ed ਕਰਦਾ ਸੀ, ਉਦੋਂ ਦੱਸਦੇ ਵੀ ਕਿਵੇਂ ਨੀਂਦ ਤੁਸੀਂ ਉਡਾਉਣੀ ਹੈ, ਉਹ ਆਪਣਾ ਤਜਰਬਾ ਕਰਕੇ ਵੇਖ ਲਿਓ। ਨਹੀਂ ਭੇਜ ਜਾਂਦੇ, ਐਂ ਕਰੀ ਜਾਂਦੇ ਆਪਾਂ, ਹੋ ਜਾਂਦਾ। ਚਾਹੇ ਤੁਸੀਂ ਜਦੋਂ ਬਹਿ ਕਿਸੇ ਦਿਨ ਆਪਾਂ ਸੁਸਤ ਹੁੰਦੇ, ਜਿਹੜਾ ਸਾਰੇ ਦਿਨ ਨਹੀਂ, ਆਪਾਂ ਕਿਸੇ ਮੈਂ ਦੇਖਿਆ ਵੀ ਪੂਰਾ ਸੌਂ ਕੇ ਵੀ ਬੰਦਾ ਸੁਸਤ ਹੁੰਦਾ। ਅਤੇ ਬਸ ਫਿਰ ਜਿਵੇਂ ਤੁਹਾਨੂੰ 4-5 ਢੰਗ ਦੱਸੇ, ਉਹ ਉਹਦਾ ਤਜਰਬਾ ਕਰ ਲਓ, ਆਪੇ ਨੀਂਦ ਇੰਨੇ ਚਿਰ ਨੂੰ ਟਾਈਮ ਹੋ ਜਾਂਦਾ ਬੰਦੇ ਨੂੰ। ਕਹਿੰਦੇ ਸਹੀ ਪੂਰੇ ਸ਼ਾਹ ਵਕਤ ਹੈ ਉੱਪਰ ਲੜ ਮੂਏ। ਜਿਹੜੇ ਵਕਤ 'ਤੇ ਆ ਕੇ ਆਪਣੀ ਆਲਸ ਨਾਲ, ਆਪਣੀ ਨੀਂਦ ਨਾਲ ਲੜਦੇ ਨੇ ਨਾ, ਉਹੀ ਪੂਰੇ ਸ਼ਾਹ ਨੇ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ। ਜਦ ਦੂਜਾ ਪੈਰ ਚੜ੍ਹ ਜਾਂਦਾ, ਫਿਰ ਮਨ ਦੀਆਂ ਮੱਤਾਂ, ਮਨ ਦੇ ਖਿਆਲ ਖਿੰਡਦੇ ਨੇ। ਫਿਰ ਕਈ ਪਾਸਿਆਂ ਨੂੰ ਜਾਂਦੇ ਨੇ ਖਿਆਲ। ਕਦੇ ਕੋਈ ਖਿਆਲ ਆਉਂਦਾ, ਕਦੇ ਕੋਈ ਖਿਆਲ ਆਉਂਦਾ, ਕਦੇ ਸਾਡਾ ਮਨ ਕਿਤੇ ਜਾਂਦਾ, ਕਦੇ ਕਿਤੇ ਜਾਂਦਾ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ। ਅਸਗਾਹ ਸਮੁੰਦਰ ਨੂੰ ਕਹਿੰਦੇ। ਬਹੁਤ ਸਾਰੇ ਨੇ ਇਸ ਸੰਸਾਰ ਸਮੁੰਦਰ ਡਿੱਗ ਪੈਂਦੇ ਨੇ, ਗੋਤੇ ਖਾਂਦੇ ਰਹਿੰਦੇ ਨੇ, ਬਾਹਰ ਨਹੀਂ ਨਿਕਲ ਸਕਦੇ, ਬਾਹਰ ਨਿਕਲ ਨਹੀਂ ਸਕਦੇ। ਤੀਜੇ ਮੂੰਹੀ ਗਿਰਾ। ਜਦੋਂ ਤੀਜਾ ਪੈਰ ਆਉਂਦਾ, ਫਿਰ ਕਹਿੰਦਾ ਭੁੱਖ ਤਿਖਾ ਦੋਏ ਭੌਂਕੀਆਂ। ਭੌਂਕੀਆਂ ਬਹੁਤ ਜ਼ੋਰ ਦੀ ਲੱਗਣਾ, ਬੜੀ ਭੁੱਖ ਲੱਗਦੀ ਹੈ, ਬੜੀ ਫਿਰ ਪਿਆਸ ਲੱਗਦੀ ਹੈ। ਫਿਰ ਮੂੰਹ 'ਚ ਬੰਦਾ ਗਿਰਾ ਰੋਟੀ, ਫਿਰ ਮੂੰਹ 'ਚ ਰੋਟੀ ਪਾਉਂਦਾ, ਰੋਟੀ ਖਾਂਦਾ। ਕਾਫੀ ਟਾਈਮ ਹੋ ਗਿਆ ਹੈ, ਭੁੱਖ ਵੀ ਲੱਗ ਗਈ ਹੈ, ਪਿਆਸ ਵੀ ਲੱਗ ਗਈ ਹੈ, ਫਿਰ ਰੋਟੀ ਖਾਂਦਾ। ਪਰ ਖਾਧਾ ਹੋਏ ਸੁਆ
ਪਰ ਜੋ ਖਾਧਾ ਕੁਝ ਘੰਟਿਆਂ ਬਾਅਦ ਉਹ ਹਜ਼ਮ ਹੋ ਜਾਂਦਾ, ਖਤਮ ਹੋ ਜਾਂਦਾ। ਪੀ ਖਾਣੇ ਸੇ ਦੋਸਤੀ, ਫਿਰ ਖਾਣਾ ਪੈਂਦਾ। ਪਹਿਲਾਂ ਖਾਧਾ ਹਜ਼ਮ ਹੋ ਗਿਆ, ਫਿਰ ਖਾਣਾ ਪੈਂਦਾ। ਚੌਥਾ, ਜਦੋਂ ਚੌਥਾ ਪਹਿਰ ਹੁੰਦਾ, ਚੌਥਾ ਆਈ ਊਂਘ। ਊਂਘ ਮੈਨੇ ਨੀਂਦ। ਨੀਂਦ ਆਉਂਦੀ ਹੈ, ਅੱਖੀਂ ਮੀਟ, ਅੱਖਾਂ ਆਪਣੇ ਮਿਟ ਜਾਂਦੀਆਂ, ਬੰਦ ਹੋ ਜਾਂਦੀਆਂ। ਪਵਾਰ ਗਿਆ, ਉਹ ਸੁਪਨਿਆਂ ਦੀ ਦੁਨੀ ਚਲੇ ਜਾਂਦਾ ਹੈ। ਫਿਰ ਕਦੇ ਕੋਈ ਸੁਪਨਾ, ਕਦੇ ਕੋਈ ਸੁਪਨਾ ਹੁੰਦਾ ਹੈ। ਜਦੋਂ ਭਜਨ ਬੰਦਗੀ ਬਹੁਤ ਜ਼ਿਆਦਾ ਹੋ ਜਾਏ, ਪਹਿਲੀ ਅਵਸਥਾ ਦੇ ਵਿੱਚ ਧਾਰਮਿਕ ਸੁਪਨੇ ਆਉਂਦੇ ਨੇ। ਕਦੇ ਗੁਰਦੁਆਰੇ ਬੈਠੇ ਹੋਏ ਹਾਂ, ਕਦੇ ਮੰਦਰ 'ਚ ਬੈਠੇ ਹਾਂ, ਕਦੇ ਸਤਸੰਗ 'ਚ ਬੈਠੇ ਹੋਏ ਹਾਂ, ਜਾਂ ਕਿਸੇ ਤੀਰਥ ਸਥਾਨ ਦੀ ਯਾਤਰਾ ਕਰ ਰਹੇ ਹਾਂ, ਜਾਂ ਕਿਸੇ ਸੰਤ ਭਗਤ ਦੇ ਦਰਸ਼ਨ ਹੋ ਗਏ ਨੇ। ਇੱਕ ਇਹਦੂ ਉੱਪਰਲੀ ਅਵਸਥਾ ਹੁੰਦੀ ਹੈ, ਜਿੱਥੇ ਸੁਪਨੇ ਕੋਈ ਨਹੀਂ ਆਉਂਦਾ, ਜਿੱਥੇ ਸੁਪਨੇ ਕੋਈ ਨਹੀਂ ਆਉਂਦਾ। ਉਹ ਸੁਪਨਿਆਂ ਤੋਂ ਰਹਿਤ ਨੀਂਦ ਹੁੰਦੀ ਹੈ, ਉਹਨੂੰ ਗੂੜੀ ਨੀਂਦ ਕਹਿੰਦੇ ਨੇ। ਉਹ ਗੂੜੀ ਨੀਂਦ, ਜਦੋਂ ਬੰਦਾ ਗੂੜੀ ਨੀਂਦ 'ਚ ਹੁੰਦਾ ਨਾ, ਉਹਨੂੰ ਸਵੇਰੇ ਉੱਠ ਕੇ ਕੋਈ ਨਹੀਂ ਪਤਾ ਲੱਗਦਾ। ਕਿ ਬਸ ਇੰਨਾ ਉਹ ਕਹਿੰਦਾ, ਅੱਜ ਮੈਨੂੰ ਬੜੀ ਗੂੜੀ ਨੀਂਦ ਆਈ। ਉਹਨੂੰ ਕਹਿ ਵੀ ਜਦ ਤੂੰ ਸੁੱਤਾ ਪਿਆ ਸੀ ਤੈਨੂੰ ਕਿਵੇਂ ਪਤਾ ਹੈ ਵੀ ਗੂੜੀ ਨੀਂਦ ਆਈ? ਕੋਈ ਮੈਨੂੰ ਕਹੇ ਅੱਜ ਬਾਬਾ ਜੀ ਤੂੰ ਬੜੀ ਗੂੜੀ ਨੀਂਦ ਸੁੱਤੇ ਪਏ ਸੀ, ਉਹ ਤਾਂ ਗੱਲ ਹੈ। ਮੈਂ ਆਪ ਹੀ ਕਹਾਂ ਕਿ ਅੱਜ ਮੈਨੂੰ ਬੜੀ ਗੂੜੀ ਨੀਂਦ ਆਈ ਹੈ, ਉਹ ਕਿਹਨੇ ਦੱਸਿਆ? ਅਸਲ ਜਿਹੜਾ ਹੈ, ਜੋ ਅਸੀਂ ਹਾਂ, ਜੋ ਆਤਮਾ ਹੈ, ਉਹ ਤਾਂ ਜਾਗਦੀ ਹੈ। ਆਤਮਾ ਤਾਂ ਸੌਂਦੀ ਨਹੀਂ। ਆਤਮਾ ਵੇਖ ਰਹੀ ਹੈ ਇਹ ਬੜੀ ਗੂੜੀ ਨੀਂਦ ਸੁੱਤਾ ਹੈ। ਆਤਮਾ ਸਵੇਰੇ ਸਾਨੂੰ ਦੱਸਦੀ ਹੈ ਕਿ ਤੂੰ ਬੜੀ ਗੂੜੀ ਨੀਂਦ ਸੁੱਤਾ। ਅਸੀਂ ਕਹਿੰਦੇ ਅੱਜ ਮੈਂ ਬੜੀ ਗੂੜੀ ਨੀਂਦ ਸੁੱਤਾ। ਹਾਲਾਂਕਿ ਜੇ ਬੰਦਾ ਸੁੱਤਾ ਹੈ ਉਹਨੂੰ ਕੀ ਪਤਾ। ਪਰ ਗੁਰੂ ਧਰਮ ਕਹਿੰਦਾ ਤੁਹਾਡਾ ਸਰੀਰ ਸੁੱਤਾ ਹੋਇਆ, ਤੁਸੀਂ ਜਾਗਦੇ ਹੋ। ਤੁਹਾਡੇ ਅੰਦਰ ਜੋ ਆਤਮਾ ਹੈ ਉਹ ਹਮੇਸ਼ਾ ਜਾਗਦੀ ਹੈ, ਉਹ ਤੁਹਾਨੂੰ ਦੱਸਦੀ ਰਹਿੰਦੀ ਹੈ। ਅੱਗੇ ਕਹਿੰਦੇ ਚੌਥੇ ਆਈ ਊਂਘ, ਅੱਖੀਂ ਮੀਟ ਪਵਾਰ ਗਿਆ, ਸੁਪਨਿਆਂ ਦੇ ਸੰਸਾਰ 'ਚ ਚਲੇ ਜਾਂਦਾ ਹੈ। ਪੀ ਉੱਠ ਰਚਨ ਵਾਦ, ਜਦੋਂ ਜਾਗ ਪੈਂਦਾ ਫਿਰ ਝਗੜੇ ਕਰਦਾ ਲੋਕਾਂ ਨਾਲ, ਫਿਰ ਉਹੀ ਸਾਰੇ ਦਿਨ ਦੇ ਸਿੜੀ ਸਿਆਪੇ 'ਚ ਫਿਰ ਫਸ ਜਾਂਦਾ ਹੈ। ਸਹਿ ਵਰਿਆ ਕੀ ਪਿੜ ਬੱਧੀ, ਅਤੇ ਐਸੇ ਮੈਂ ਤਾਂ 100 ਵਰੇ ਜਿਉਣੇ। ਆਪਣੇ ਸਮਝਦਾ ਮੈਂ ਤਾਂ 100 ਸਾਲ ਜਿਉਣਾ ਹੈ, ਇਸ ਲਈ ਵਾਦ ਵਿਵਾਦ ਲੋਕਾਂ ਨਾਲ ਝਗੜੇ ਕਰਦਾ ਰਹਿੰਦਾ। ਜੇ ਕਿਤੇ ਉਹ ਜਿਹਦੇ ਹੁਣ ਮੈਂ ਗੱਲ ਸੁਣਾਈ, ਹਾਂ ਮਾਰਕੰਡੇ, ਜੇ ਮਾਰਕੰਡੇ ਵਾਂਗੂ ਸਾਡੇ ਵਿਚਾਰ ਵੀ ਪਤਾ ਨਹੀਂ ਸਵੇਰੇ ਮਰ ਜਾਣਾ, ਫਿਰ ਕਿਹਦੇ ਨਾਲ ਲੜੇਗਾ? ਫਿਰ ਕਿਹਦੇ ਨਾਲ ਲੜੇਗਾ? ਯਾਰ ਕੱਲ੍ਹ ਨੂੰ ਮਾਰੀ ਜਾਣਾ, ਕੀ ਇਹਦੇ ਨਾਲ ਲੜਨਾ, ਛੱਡੋ ਪਰ। ਪਰ ਕਿ ਉਹ ਤਾਂ ਕਿ ਮੈਂ ਤਾਂ 100 ਸਾਲ ਜਿਉਣਾ ਹੈ, ਇਸ ਲਈ ਫਿਰ ਲੜਾਈਆਂ ਝਗੜੇ ਵੀ ਕਰਦਾ ਰਹਿੰਦਾ। ਸਭੇ ਵੇਲਾ ਵਕਤ ਸਭ, ਜੇ ਅੱਠੀਂ ਪਉ ਹੋਏ। 8 ਪਹਿਰ ਹੁੰਦੇ ਨੇ। ਜੇ 8 ਪਹਿਰ ਪਰਮਾਤਮਾ ਦਾ ਡਰ ਰਹੇ ਨਾ ਮਨੁੱਖ ਨੂੰ, ਤਾਂ ਸਾਰੇ ਵੇਲੇ ਸਾਰੇ ਵਕਤ ਹੀ ਵਧੀਆ ਨੇ। ਕਿਸੇ ਵੇਲੇ ਵੀ ਨਾਮ ਜਪਿਆ ਜਾ ਸਕਦਾ। ਜੇ ਤੁਸੀਂ ਪਰਮਾਤਮਾ ਦੇ ਭੈ 'ਚ ਰਹਿੰਦੇ ਹੋ ਤਾਂ ਸਾਰੇ ਸਮੇਂ ਹੀ ਅੰਮ੍ਰਿਤ ਵੇਲੇ ਨੇ। ਨਾਨਕ ਸਾਹਿਬ ਮਨ ਵਸੈ, ਸੱਚਾ ਨਹਾਵਣ ਹੋਏ। ਜਦੋਂ ਪਰਮਾਤਮਾ ਮਨ 'ਚ ਵਸ ਜਾਂਦਾ ਨਾ, ਇਹੀ ਅਸਲ ਤੀਰਥ ਇਸ਼ਨਾਨ ਹੈ। ਕਿਉਂਕਿ ਪਰਮਾਤਮਾ ਮਨ 'ਚ ਵਸ ਗਿਆ, ਮਨ ਪਵਿੱਤਰ ਹੋ ਗਿਆ। ਐਕਚੁਅਲੀ ਤੇ ਤੀਰਥਾਂ 'ਤੇ ਇਸ਼ਨਾਨ ਜਾ ਕੇ ਪਵਿੱਤਰ ਹੋਣਾ ਹੈ। ਹੁਣ ਇਹ ਸਾਰੀਆਂ ਫਾਰਮੈਲਿਟੀਆਂ ਬਣ ਗਈਆਂ। ਮੈਂ ਕਹਿਣਾ ਕਿ ਮੰਨ ਲਓ ਤੁਸੀਂ ਤੀਰਥਾਂ 'ਤੇ ਜਾ ਕੇ ਪਵਿੱਤਰ ਹੋ ਵੀ ਗਏ, ਸਪੋਜ਼ ਕਰੋ ਹੋ ਵੀ, ਜੇ ਤੇ ਮੁੜ ਕੇ ਪਾਪ ਕਰਮ ਨਾ ਕੀਤੇ ਗਏ ਤਾਂ ਤੁਹਾਡਾ ਨਾਤਾ ਹੋਇਆ ਵੀ ਇਹ ਕਲਾਸ ਗੱਲ ਹੈ। ਜੇ ਮੁੜ ਕੇ ਉਹੀ ਕੰਮ ਕਰਨੇ ਨੇ, ਜਦੋਂ 550 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਦਾ ਮਨਾਇਆ, ਉਹਦੇ 12 ਮੇਰਾ ਅਕਤੂਬਰ ਕਿ ਨਵੰਬਰ ਸੀ, ਨਵੰਬਰ ਸੀ। ਅਗਲੇ ਦਿਨ ਐਤਵਾਰ ਸੀ, ਆਪਾਂ ਦਿਨ ਮਨਾਉਣਾ ਸੀ। ਮੈਂ ਕਥਾ 'ਚ ਵੀ ਕਿਹਾ ਸੀ, ਮੈਂ ਜਿਹੜੇ 11 ਤਰੀਕ ਨੂੰ ਰਿਸ਼ਵਤ ਲੈਂਦੇ ਸਨ ਉਹ 13 ਨੂੰ ਵੀ ਲੈਂਦੇ ਰਹੇ। ਜੇ ਜਿਹੜੇ 11 ਨਵੰਬਰ ਨੂੰ
ਦੁੱਧ 'ਚ ਪਾਣੀ ਪਾਉਂਦੇ ਸੀ, ਉਹ 13 ਨੂੰ ਵੀ ਉਹਨਾਂ ਨੇ ਪਾਣੀ ਪਾਇਆ। ਜਿਹੜੇ 11 ਨਵੰਬਰ ਨੂੰ ਚੋਰੀਆਂ ਕਰਦੇ ਉਹਨਾਂ 13 ਨੂੰ ਵੀ ਕੀਤੀਆਂ। ਬੁਰਾਈ ਤਾਂ ਕੋਈ ਛੱਡੀ ਨਹੀਂ, ਤੇ ਫਿਰ ਦਿਨ ਮਨਾਉਣ ਦਾ ਕੀ ਮਤਲਬ ਹੈ? ਕਰੋੜਾਂ ਰੁਪਈਏ ਸਰਕਾਰ ਨੇ ਲਾਤੇ, ਕਰੋੜਾਂ ਰੁਪਈਏ ਸ਼੍ਰੋਮਣੀ ਕਮੇਟੀ ਨੇ ਲਾਤੇ, ਤੁਸੀਂ ਵੀ ਬੜੇ ਜਲਸੇ ਜਲੂਸਾਂ ਦੇ ਵਿੱਚ ਸ਼ਾਮਿਲ ਹੋਏ। ਬੰਦਾ ਜਿੱਥੇ ਉੱਥੇ ਦੇ ਹੀ ਉੱਥੇ। ਤੇ ਗੁਰੂ ਨਾਨਕ ਦੇ ਇਹੋ ਜਿਹੇ ਵਿਖਾਵੇਂ ਨੂੰ ਕੋਈ ਨਹੀਂ ਪਸੰਦ ਕਰਦੇ। ਗੁਰੂ ਨਾਨਕ ਦੇ ਕੋਈ ਨਹੀਂ ਸੱਚਖੰਡ ਖੁਸ਼ ਹੋਏ ਹੋਣੇ। ਅਸੀਂ ਆਪਣੇ ਮਨ ਦੀ ਝੂਠੀ ਤਸੱਲੀ ਜ਼ਰੂਰ ਕਰ ਲਈਏ, ਗੁਰੂ ਨਾਨਕ ਦੇ 550 ਸਾਲਾਂ ਮਨਾ ਲਿਆ ਸੀ, ਉੱਥੇ ਦੇ ਉੱਥੇ ਹੀ ਹੈ। ਕੋਈ ਹੱਥ ਖੜਾ ਕਰਕੇ ਕਹਦੇ ਹਾਂਜੀ ਵੀ ਮੈਂ 11 ਨਵੰਬਰ ਨੂੰ ਮੇਰੇ 'ਚ ਆਹ ਬੁਰਾਈ ਸੀ ਅਤੇ 13 ਨਵੰਬਰ ਨੂੰ ਉਹ ਨਹੀਂ ਸੀ, ਮੈਂ ਸਮਝਾਂਗਾ ਇਹ ਗੁਰੂ ਨਾਨਕ ਦਾ ਪ੍ਰਕਾਸ਼ ਜਿਹੜਾ ਵਾਕਈ ਮਨਾਇਆ ਹੈ। ਹੁਣ ਇਹ ਸਾਰੇ ਸਭ ਕੁਛ ਫਾਰਮੈਲਟੀਆਂ ਹੋ ਕੇ ਰਹਿ ਗਈਆਂ ਹਨ। ਲੋਕ ਵਿਖਾਵੇ, ਮਨ ਦੀਆਂ ਝੂਠੀਆਂ ਤਸੱਲੀਆਂ ਰਹਿ ਗਈਆਂ। ਬਸ ਜਨਮ ਨਾਲ ਗੁਰੂ ਨਾਨਕ ਦੀ ਗੱਲ ਇੱਕ ਵੀ ਨਹੀਂ ਮੰਨੀ, ਉਹਦੀ ਗੱਲ ਕਿਸੇ ਮੰਨੀ ਹੀ ਨਹੀਂ। ਕਹੀ ਗਏ ਸਟੇਜਾਂ 'ਤੇ ਗੁਰੂ ਨਾਨਕ ਨੇ ਆਹ ਕੀਤਾ, ਗੁਰੂ ਨਾਨਕ ਨੇ ਐਂ ਕਿਹਾ, ਉਹ ਜਿਹੜੇ ਕਹਿ ਕੇ ਚਲੇ ਗਏ ਉਹ ਵੀ ਉਹੋ ਜਿਹੇ ਰਹੇ। ਮੈਨੂੰ ਤਾਂ ਕੋਈ ਪਰਿਵਰਤਨ ਦੱਸਿਆ ਨਹੀਂ ਹੈ। ਉੱਥੇ ਦੇ ਉੱਥੇ ਹੀ ਲੋਕ ਖੜ੍ਹੇ ਨੇ। 10 ਗੁਰੂ ਆਏ, ਉਨੇ ਸਮੇਂ 'ਚ ਕੁਝ ਪਰਿਵਰਤਨ ਸੀ, ਮੁੜ ਕੇ ਅਸੀਂ ਜੈਸੇ ਥੇ ਬਸ ਉਹੋ ਜਿਹੇ ਹੋ ਗਏ। ਸੋ ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ। ਅਸਲ ਸੱਚਾ ਨਾਉਣ ਤਾਂ ਇਹੀ ਹੈ ਜਦੋਂ ਪਰਮਾਤਮਾ ਹਿਰਦੇ 'ਚ ਵਸ ਜਾਵੇ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਜੀ, ਸ਼ੁੱਕਰਵਾਰ ਨੂੰ, ਅੱਜ ਕੀ ਵਾਰ ਹੈ? ਬੁੱਧਵਾਰ, 2 ਦਿਨ ਰਹਿ ਗਏ ਨੇ, ਅੱਜ ਮੰਗਲਵਾਰ ਹੈ। ਸ਼ੁੱਕਰਵਾਰ ਨੂੰ ਅਖੰਡ ਪਾਠ ਸ਼ੁਰੂ ਹੋਣੇ, ਜਿਵੇਂ ਪਹਿਲਾਂ 6 ਜਾਂ 7 ਅਖੰਡ ਪਾਠ ਹੁੰਦੇ। 6ਵੇਂ ਪਾਤਸ਼ਾਹ ਦਾ 25 ਤਰੀਕ ਨੂੰ ਪ੍ਰਕਾਸ਼ ਦਿਹਾੜਾ ਹੈ, ਅਤੇ 25 ਨੂੰ ਅਖੰਡ ਪਾਠ ਸ਼ੁਰੂ ਹੋਣਾ, 27 ਨੂੰ ਭੋਗ ਪਾਉਣੇ। ਸਾਰੇ ਪਾਠੀਆਂ, ਸਾਰੀ ਸੰਗਤ ਨੂੰ ਬੇਨਤੀ ਹੈ ਉਹ ਯਾਦ ਰੱਖਣ ਕਿ ਆ 25 ਤਰੀਕ ਤੋਂ, ਸ਼ੁੱਕਰਵਾਰ ਤੋਂ ਅਖੰਡ ਪਾਠ ਸ਼ੁਰੂ ਹੋਣੇ ਹਨ। ਐਤਵਾਰ ਨੂੰ ਇੱਥੇ ਭੋਗ ਪੈ ਜਾਣਗੇ। ਸਾਰਾ ਕੁਝ ਤਕਰੀਬਨ 8:30 ਵਜੇ ਤੱਕ ਨਿਬੜ ਜਾਂਦਾ ਹੈ, ਠੀਕ ਹੈ। 9:45 ਤੋਂ ਲੈ ਕੇ 9:45 ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ ਖੁੱਲ੍ਹੇਗਾ, ਉੱਥੇ ਪ੍ਰੋਗਰਾਮ ਹੋਏਗਾ। 9:45 ਵਜੇ ਤੋਂ ਲੈ ਕੇ 9:45 ਵਜੇ ਤੱਕ ਐਤਵਾਰ ਨੂੰ। ਉਸ ਤੋਂ ਬਾਅਦ ਫਿਰ ਗੁਰੂ ਕਾ ਲੰਗਰ ਹੋਏਗਾ। ਸੋ ਆਪ ਜੀ ਨੇ ਸਭ ਨੇ ਯਾਦ ਰੱਖਣਾ ਅਤੇ ਇੱਕ ਦੂਜੇ ਨੂੰ ਆਪ ਜੀ ਨੇ ਦੱਸ ਵੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।